ਜਿਸ ਪਾਸ ਬੈਠਿਆ ਪਾਤਸ਼ਾਹ ਸਿਰ ਸਾਹਾਂਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਜਰੀ ਮਹੱਲਾ ਪੰਜਵਾ। ਆਲ ਜਾਲ ਭ੍ਰਮ ਮੋਹ ਤਜਾਵੈ, ਪ੍ਰਭ ਸੇਤੀ ਰੰਗ ਲਾਈ। ਮਨ ਕਉ ਇਹ ਉਪਦੇਸ ਦਿਰੜਾਵੈ, ਸਹਿਜ ਸਹਿਜ ਗੁਣ ਗਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਸਤਿਗੁਰੂ ਗਰੀਬ ਨਵਾਜ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀਆਂ ਦੇ ਪਵਿੱਤਰ ਪਾਵਨ ਹਜ਼ੂਰੀ ਅੰਦਰ ਬਿਰਾਜਮਾਨ ਹੋ ਰਹੀ ਗੁਰੂ ਕੀ ਸੰਗਤ, ਆਪ ਸੰਗਤਾਂ ਨੇ ਗੁਰੂ ਦਰਬਾਰ ਅੰਦਰ ਬੈਠ ਕੇ ਸਤਿਗੁਰਾਂ ਦੀ ਗੁਰਬਾਣੀ ਦੇ ਰਸ ਭਿੰਨੇ ਕੀਰਤਨ ਸ਼ਬਦ ਸਰਵਣ ਕੀਤੇ। ਸਤਿਗੁਰਾਂ ਨੇ ਰਹਿਮਤ ਕਰਕੇ ਅੰਮ੍ਰਿਤ ਵੇਲਾ ਸਾਡਾ ਸਫਲਾ ਬਣਾਇਆ ਹੈ। ਇਸ ਵੇਲੇ ਆਪਾਂ ਲੜੀਵਾਰ ਗੁਰਬਾਣੀ ਦੀ ਕਥਾ ਜੋ ਕਿ 499 ਅੰਗ ਦੇ ਉੱਪਰ ਅਸੀਂ ਸਰਵਣ ਕਰਦੇ ਹਾਂ। ਸੋ ਸਤਿਗੁਰਾਂ ਦੀ ਬਾਣੀ ਗੁਜਰੀ ਰਾਗ ਦੇ ਅੰਦਰ ਆਪਾਂ ਸਰਵਣ ਕਰ ਰਹੇ ਹਾਂ। ਆਓ ਅੱਜ ਦਾ ਇਹ ਪਵਿੱਤਰ ਸ਼ਬਦ ਜੋ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਬੜੀ ਭਾਵਨਾ ਦੇ ਨਾਲ ਸਰਵਣ ਕਰੀਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਜਰੀ ਮਹੱਲਾ ਪੰਜਵਾ। ਖਿਨ ਮਹਿ ਥਾਪੋ ਥਾਪਨਹਾਰਾ, ਕੀਮਤ ਜਾਏ ਨ ਕਰੀ। ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਗੁਰੂ ਅਰਜਨ ਸਾਹਿਬ ਜੀਆਂ ਦਾ ਇਹ ਸ਼ਬਦ ਆਪਾਂ ਸਰਵਣ ਕਰ ਰਹੇ ਹਾਂ। ਮਹਾਰਾਜ ਕਹਿਣ ਲੱਗੇ ਉਹ ਪ੍ਰਮਾਤਮਾ ਬੜਾ ਸਮਰੱਥ ਹੈ, ਬਹੁਤ ਵੱਡਾ ਸ਼ਕਤੀਸ਼ਾਲੀ ਹੈ। ਉਹਦੇ ਕਾਰਜ ਜਿਹੜੇ ਨੇ ਕਾਰਜ ਵੀ ਵੱਡੇ ਨੇ। ਇੱਕ ਖਿਣ ਦੇ ਵਿੱਚ ਉਹ ਜੀਵਾਂ ਨੂੰ ਥਾਪ ਦਿੰਦਾ ਹੈ, ਬਣਾ ਦਿੰਦਾ ਹੈ। ਬਣਾ ਕੇ ਫਿਰ ਇਹਨਾਂ ਜੀਵਾਂ ਦੀ ਉਹ ਪਾਲਣਾ ਕਰਦਾ ਹੈ। ਅਤੇ ਜਦੋਂ ਸਮਾਂ ਪੂਰਾ ਹੋ ਜਾਂਦਾ ਫਿਰ ਉਹ ਥਾਪਣਹਾਰਾ ਇਹਨਾਂ ਦੀ ਲੈਤਾ ਕਰ ਦਿੰਦਾ, ਇਹਨਾਂ ਦਾ ਸੰਘਾਰ ਕਰ ਦਿੰਦਾ ਹੈ। ਜਬ ਆ ਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਧਾਰ ਸਭ ਹੂੰ। 10ਵੇਂ ਪਾਤਸ਼ਾਹ ਦਾ ਬਚਨ ਆਪਾਂ ਸਰਵਣ ਕੀਤਾ ਹੈ। ਜਦੋਂ ਪ੍ਰਮਾਤਮਾ ਚਾਹੁੰਦਾ ਸ੍ਰਿਸ਼ਟੀ ਦੀ ਸਮਾਪਤੀ ਕਰਨੀ, ਜੀਵਾਂ ਦੀ ਸਮਾਪਤੀ ਕਰਨੀ, ਅਤੇ ਉਹ ਸਾਰਿਆਂ ਨੂੰ ਫਿਰ ਖਿੱਚ ਕੇ ਆਪ ਜੋਤ ਰੂਪ ਪਰਮਾਤਮਾ ਆਪਣੇ ਵਿੱਚ ਲੀਨ ਕਰ ਲੈਂਦਾ ਹੈ। ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿਣ ਲੱਗੇ ਖਿਨ ਮੈਂ ਥਾਪਿਓ ਥਾਪਨਹਾਰਾ। ਉਹ ਪਰਮਾਤਮਾ ਜਿਹੜਾ ਜੀਵਾਂ ਨੂੰ ਆਪ ਪੈਦਾ ਕਰਦਾ ਫਿਰ ਜੀਵਾਂ ਦੀ ਪਾਲਣਾ ਕਰਦਾ ਹੈ। ਜਦੋਂ ਚਾਹਵੇ ਇੱਕ ਖਿਣ ਦੇ ਵਿੱਚ ਸਮਾਪਤ ਵੀ ਕਰ ਸਕਦਾ ਹੈ। ਕਿਛ ਕੀਮਤ ਜਾਏ ਨਾ ਕਹੀ, ਉਹਦੀ ਕੀਮਤ ਕਹੀ ਨਹੀਂ ਜਾ ਸਕਦੀ ਹੈ। ਉਹਦੇ ਬਾਰੇ ਕੁਝ ਵਰਣਨ ਨਹੀਂ ਕੀਤਾ ਜਾ ਸਕਦਾ। ਕਿਸੇ ਵੀ ਤਰੀਕੇ ਦੇ ਨਾਲ ਉਹਦੀ ਕੀਮਤ ਨੂੰ ਨਹੀਂ ਪਾਇਆ ਜਾਂਦਾ ਹੈ। ਰਾਜਾ ਰੰਕ ਕਰੈ ਖਿਨ ਭੀਤਰ, ਨੀਚੈ ਜੋਤ ਧਰੀ। ਉਹ ਪਰਮਾਤਮਾ ਹੋਰ ਕੀ ਕਰ ਸਕਦਾ ਹੈ। ਸਿੱਖਾਂ ਨੇ ਪੁੱਛ ਹੀ ਲਿਆ ਮਹਾਰਾਜ ਕਿਰਪਾ ਕਰਕੇ ਸਾਨੂੰ ਸਮਝ ਆ ਜਾਵੇ ਹੋਰ ਕੀ ਕਰੇਗਾ। ਪਾਤਸ਼ਾਹ ਕਹਿਣ ਲੱਗੇ ਉਹ ਪਰਮਾਤਮਾ ਰਾਜਾ ਰੰਕ ਕਰੈ, ਉਹ ਇੱਕ ਛਿਣ ਦੇ ਵਿੱਚ ਰਾਜੇ ਨੂੰ ਕੰਗਾਲ ਕਰ ਸਕਦਾ ਹੈ। ਜਿਹੜਾ ਵੱਡਾ ਛਤਰਪਤੀ ਰਾਜਾ ਹੈ ਨਾ, ਜਿਹਦਾ ਨਾਮ ਚੱਲਦਾ, ਉਹ ਵੱਡੇ ਰਾਜੇ ਨੂੰ ਇੱਕ ਛਿਣ ਦੇ ਵਿੱਚ ਰੰਕ ਬਣਾ ਸਕਦਾ, ਗਰੀਬ ਕੰਗਾਲ ਕਰ ਸਕਦਾ, ਇੰਨੀ ਉਹ ਸਮਰੱਥਾ ਰੱਖਦਾ ਹੈ। ਅਤੇ ਸਾਡੇ ਸਾਹਮਣੇ ਕਈ ਤਰ੍ਹਾਂ ਦੇ ਆਪਾਂ ਇਤਿਹਾਸ ਸਰਵਣ ਕਰਦੇ ਹਾਂ ਕਿ ਜਦੋਂ ਪਰਮਾਤਮਾ ਦੀ ਕਰੋਪੀ ਹੁੰਦੀ ਹੈ ਵੱਡੇ ਵੱਡੇ ਰਾਜਿਆਂ ਨੂੰ ਜੇਲ੍ਹ ਦੇ ਵਿੱਚ ਪੈਣਾ ਪੈ ਗਿਆ।
ਰਾਜਾ ਉਗਰਸੈਨ ਦੁਆਪਰ ਯੁੱਗ ਦੇ ਵਿੱਚ ਕਹਿਣ ਲੱਗੇ ਇੱਕ ਦਿਨ ਪਹਿਲਾਂ ਤੇ ਰਾਜਾ ਹੈ ਤੇ ਝਾਟੀ ਪੁੱਤਰ ਕੰਸ ਨੇ ਫੌਜ ਮੰਗਾ ਕੇ ਆਪਣੇ ਬਾਪ ਉਗਰਸੈਨ ਨੂੰ ਕੈਦ ਕਰ ਲਿਆ ਤੇ ਜੇਲ੍ਹ ਵੀ ਉਹ ਦਿੱਤੀ ਹੈ ਜਿੱਥੇ ਨਾ ਚੰਦਰਮਾ ਦਾ ਪ੍ਰਕਾਸ਼ ਜਾਵੇ ਤੇ ਨਾ ਸੂਰਜ ਦਾ ਪ੍ਰਕਾਸ਼ ਜਾਵੇ, ਜਿਸ ਨੂੰ ਕਾਲਾ ਗ੍ਰਹਿ ਕਿਹਾ ਜਾਂਦਾ ਹੈ ਕਿ ਜਿਹਦੇ ਵਿੱਚ ਪ੍ਰਕਾਸ਼ ਜਾਵੇ ਹੀ ਨਾ, ਹਨੇਰਾ ਹੀ ਰਵੇ, ਪਤਾ ਨਾ ਲੱਗੇ ਵੀ ਦਿਨ ਕਦੋਂ ਚੜ੍ਹਿਆ ਤੇ ਰਾਤ ਕਦੋਂ ਪਈ ਹੈ, ਵੀ ਅੰਦਰ ਹਨੇਰੇ ਵਿੱਚ ਰਹਿ ਕੇ ਪਾਗਲ ਹੋ ਕੇ ਤੇ ਮਰ ਜਾਵੇ। ਇਸ ਤਰ੍ਹਾਂ ਕੰਸ ਨੇ ਆਪਣੇ ਪਿਤਾ ਉਗਰਸੈਨ ਨੂੰ ਕੈਦ ਕਰ ਲਿਆ ਸੀ ਤੇ ਹਨੇਰ ਕੋਠੜੀ ਵਿੱਚ ਬਿਠਾਇਆ ਸੀ, ਸੂਰਜ ਦਾ ਤੇ ਚੰਦਰਮਾ ਦੇ ਚੜ੍ਹੇ ਉਤਰੇ ਦਾ ਪਤਾ ਨਾ ਲੱਗੇ। ਮਹਾਰਾਜ ਕਹਿਣ ਲੱਗੇ ਉਹ ਪ੍ਰਮਾਤਮਾ ਇਹੋ ਜਿਹਾ ਹੈ ਕਿ ਜਦੋਂ ਚਾਹੁੰਦਾ ਹੈ ਨਾ ਰਾਜਾ ਰੰਕ ਕਰੈ ਖਿਨ, ਇੱਕ ਖਿਣ ਦੇ ਵਿੱਚ ਹੀ ਉਹ ਰਾਜਿਆਂ ਨੂੰ ਗਰੀਬ ਬਣਾ ਕੇ ਤੇ ਜੇਲ੍ਹਾਂ ਵਿੱਚ ਸੁਟਾ ਦਿੰਦਾ ਹੈ। ਤੇ ਜੇਲ੍ਹਾਂ ਵੀ ਇਹੋ ਜਿਹੀਆਂ ਮਿਲਦੀਆਂ ਜਿੱਥੇ ਪਤਾ ਨਾ ਲੱਗੇ ਵੀ ਸੂਰਜ ਕਦੋਂ ਚੜ੍ਹਿਆ ਤੇ ਚੰਦਰਮਾ ਕਦੋਂ ਚੜ੍ਹਿਆ। ਤੇ ਪਾਤਸ਼ਾਹ ਜੀ ਅੱਗੇ ਬਖਸ਼ਿਸ਼ ਕਰਦੇ ਕਹਿਣ ਲੱਗੇ ਨੀਚਾ ਹੈ ਜੋਤ ਧਰੀ, ਤੇ ਜੇ ਪ੍ਰਮਾਤਮਾ ਚਾਹਵੇ ਨਾ ਜਿਹੜੇ ਨੀਚ ਨੀਵੇਂ ਨੇ, ਜੇ ਉਹਨਾਂ ਵਿੱਚ ਆਪਣੀ ਵਿਸ਼ੇਸ਼ ਸ਼ਕਤੀ ਬਖਸ਼ਿਸ਼ ਕਰ ਦੇਵੇ ਤੇ ਉਹਨਾਂ ਨੀਵਿਆਂ ਨੂੰ ਰਾਜੇ ਵੀ ਉਹ ਬਣਾ ਸਕਦਾ ਹੈ। ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾਹ, ਬਾਣੀ ਦਾ ਬਚਨ ਹੈ। ਜਿਹੜੇ ਕੀੜਿਆਂ ਦੇ ਵਾਂਗ ਨਿਮਾਣੇ ਤੇ ਨਤਾਣੇ ਨੇ, ਜਿਨ੍ਹਾਂ ਨੂੰ ਕੋਈ ਨਹੀਂ ਪੁੱਛਦਾ ਹੈ, ਜਿਨ੍ਹਾਂ ਵਿੱਚ ਕੋਈ ਬਾਲੀ ਨਹੀਂ ਹੈ, ਜੇ ਪਰਮਾਤਮਾ ਉਹਨਾਂ ਦੇ ਵਿੱਚ ਆਪਣੀ ਤਾਕਤ ਭਰ ਦੇਵੇ ਤੇ ਉਹ ਜਿਹੜੇ ਕੀੜਿਆਂ ਦੇ ਵਾਂਗ ਕਮਜ਼ੋਰ ਨੇ ਉਹ ਵੀ ਪਾਤਸ਼ਾਹ ਹੋਣ ਦਾ ਦਾਅਵਾ ਕਰ ਦਿੰਦੇ ਨੇ, ਉਹ ਵੀ ਪਾਤਸ਼ਾਹ ਬਣ ਜਾਂਦੇ। ਪਾਤਸ਼ਾਹ ਜੀਆਂ ਦਾ ਬਖਸ਼ਿਸ਼ ਵਾਲਾ ਬਚਨ। ਸੋ ਰਾਜਾ ਰੰਕ ਕਰੇ ਖਿਨ ਭੀਤਰ, ਨੀਚੇ ਹੈ ਜੋਤ ਧਰੀ। ਰਾਜਿਆਂ ਨੂੰ ਕੰਗਾਲ ਵੀ ਇੱਕ ਛਿਣ ਵਿੱਚ ਕਰ ਸਕਦਾ ਹੈ ਅਤੇ ਕੰਗਾਲਾਂ ਨੂੰ ਇੱਕ ਛਿਣ ਦੇ ਵਿੱਚ ਰਾਜਾ ਵੀ ਬਣਾ ਸਕਦਾ ਹੈ। ਸੋ ਸੱਥਰ ਤੇਰਾ ਲੇਫ ਨਿਹਾਲੀ, ਭਾਉ ਤੇਰਾ ਪਕਵਾਨ, ਨਾਨਕ ਸਿਫਤੀ ਰੱਜਿਆ ਆਓ ਬਹੁ ਸੁਲਤਾਨ। ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀਆਂ ਦੇ ਕੋਲ ਜਦੋਂ ਇੱਕ ਬੱਚੇ ਨੇ ਆ ਕੇ ਸੇਵਾ ਕੀਤੀ ਸੀ ਤੇ ਮਹਾਰਾਜ ਕਹਿੰਦੇ ਅਸੀਂ ਤੇ ਪਰਮੇਸ਼ਰ ਦੀ ਸਿਫਤ ਵਿੱਚ ਰੱਜੇ ਹੋਏ ਹਾਂ, ਇਹ ਬਾਦਸ਼ਾਹ ਇਹ ਰਾਜਾ ਬੈਠ ਸਾਡੇ ਕੋਲ। ਜਦੋਂ ਬਚਨ ਮਹਾਰਾਜ ਜੀਆਂ ਦੇ ਮੁਖੋਂ ਰਾਜੇ ਦੇ ਨਿਕਲੇ ਤੇ ਉਹ ਬੱਚਾ ਵਿਚਾਰਾ ਅਨਾਥ ਹੈ, ਛੋਟੇ ਹੁੰਦਿਆਂ ਬਾਪ ਚੜ੍ਹਾਈ ਕਰ ਗਿਆ ਤੇ ਕੋਲ ਕੁਝ ਵੀ ਨਹੀਂ ਹੈ, ਬੜੀ ਗਰੀਬੀ ਹੈ। ਪਰ ਕਹਿਣ ਲੱਗੇ ਉਸੇ ਵੇਲੇ ਮਹਾਰਾਜ ਦੇ ਬਚਨਾਂ ਕਰਕੇ ਰਾਜਾ ਬਣ ਕੇ ਰਾਜ ਭਾਗ ਦਾ ਮਾਲਕ ਬਣਿਆ। ਇਹ ਹੈ ਪਰਮਾਤਮਾ ਦੀ ਮਿਹਰ, ਜਿਹਨੂੰ ਚਾਹਵੇ ਛਿਣ ਦੇ ਵਿੱਚ ਕੰਗਾਲ ਵੀ ਕਰ ਸਕਦਾ ਹੈ। ਬਾਦਸ਼ਾਹ ਸ਼ਾਹ ਜਹਾਨ ਵਰਗਿਆਂ ਨੂੰ ਜੇਲ੍ਹਾਂ ਵਿੱਚ ਸੁਟਾ ਦਿੰਦਾ ਹੈ ਤੇ ਜਿਹਨੂੰ ਚਾਹਵੇ ਛਿਣ ਦੇ ਵਿੱਚ ਕੰਗਾਲ ਨੂੰ ਰਾਜਾ ਕਰ ਸਕਦਾ ਹੈ। ਐਸੀ ਉਹ ਸਮਰੱਥਾ ਰੱਖਣ ਵਾਲਾ ਹੈ। ਤਿਸ ਕੀਮਤ ਜਾਏ ਨਾ ਕਹੀ, ਉਹਦੀ ਕੀਮਤ ਨੂੰ ਕਹਿ ਕੋਈ ਨਹੀਂ ਸਕਦਾ ਵੀ ਉਹਨੇ ਕੀ ਕਰ ਦੇਣਾ ਹੈ। ਧਿਆਈਐ ਆਪਣੋ ਸਦਾ ਹਰੀ। ਇਸ ਕਰਕੇ ਭਾਈ ਐਸੇ ਹਰੀ ਹਰ ਪਰਮੇਸ਼ਰ ਨੂੰ ਧਿਆਉਣਾ ਕਰੀਏ। ਮਹਾਰਾਜ ਕਦੋਂ ਧਿਆਈਏ, ਕੋਈ ਸਮਾਂ ਵੰਡ ਵੀ ਤੇ ਹੋਵੇਗੀ ਨਾ। ਤੇ ਪਾਤਸ਼ਾਹ ਕਹਿਣ ਲੱਗੇ ਸਦਾ ਵਾਸਤੇ ਹਰ ਵੇਲੇ ਐਸੇ ਹਰੀ ਨੂੰ ਧਿਆ ਜਿਹੜਾ ਰਾਜਿਆਂ ਨੂੰ ਕੰਗਾਲ ਕਰਨ ਦੀ ਸਮਰੱਥਾ ਰੱਖਦਾ ਹੈ ਔਰ ਜਿਹੜਾ ਕੰਗਾਲਾਂ ਨੂੰ ਰਾਜੇ ਬਣਾਉਣ ਦੀ ਸਮਰੱਥਾ ਰੱਖਦਾ ਹੈ। ਐਸੇ ਹਰੀ ਨੂੰ ਦਿਨੇ ਰਾਤ ਜਪਨਾ ਕਰ। ਸੋਚ ਅੰਦੇਸਾ ਤਾਕਾ ਕਹ ਕਰੀਐ, ਜਾ ਮੈਂ ਏਕ ਘਰੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਜਾ ਮੈਂ ਏਕ ਘੜੀ, ਜਿਹੜੇ ਪਦਾਰਥ ਇੱਕ ਘੜੀ ਰਹਿਣ ਵਾਲੇ ਨੇ, ਜਿਹੜੇ ਪਦਾਰਥ ਸਾਡੇ ਕੋਲ ਨੇ, ਅਸੀਂ ਦਾਅਵਾ ਨਹੀਂ ਕਰ ਸਕਦੇ ਵੀ ਇਹ ਪਦਾਰਥ ਤਾਂ ਉਮਰ ਸਾਡੇ ਕੋਲ ਰਹਿਣਗੇ। ਜੇ ਰਹਿੰਦੇ ਹੋਣ ਤੇ ਰਾਜਿਆਂ ਦੇ ਕੋਲੋਂ ਰਾਜ ਕਿਉਂ ਖੁੱਸ ਜਾਣ, ਰਾਜਿਆਂ ਦੀਆਂ ਪਦਵੀਆਂ ਕਿਉਂ ਮਿਟ ਜਾਣ, ਕਿਉਂ ਮੁੱਕ ਜਾਣ। ਇਹ ਦੁਨੀਆ ਦੇ ਪਦਾਰਥ ਦਾ ਦਾਅਵਾ ਨਹੀਂ ਕੋਈ ਕਰ ਸਕਦਾ ਵੀ ਆਹ ਵਸਤੂ ਮੇਰੇ ਕੋਲ ਸਾਰੀ ਉਮਰ ਰਹੇਗੀ ਜਿੰਨਾ ਚਿਰ ਮੈਂ ਰਵਾਂਗਾ। ਸਾਨੂੰ ਤੇ ਸਰੀਰ ਦਾ ਭਰੋਸਾ ਨਹੀਂ ਹੈ ਵੀ ਸਰੀਰ ਕਿੰਨਾ ਚਿਰ ਸਾਡੇ ਕੋਲ ਹੈ, ਤੇ ਪਦਾਰਥ ਤੇ ਫਿਰ ਸਰੀਰ ਦੇ ਨਾਲ ਬਣਿਆ ਹੈ। ਜਿਹੜੀ ਵਸਤੂ ਸਰੀਰ ਕਰਕੇ ਬਣਾਈ ਗਈ ਹੈ ਉਹਦਾ ਕੀ ਭਰੋਸਾ ਕੀਤਾ ਜਾ ਸਕਦਾ, ਭਰੋਸਾ ਤੇ ਸਰੀਰ ਦਾ ਨਹੀਂ ਹੈ। ਤੇ ਪਾਤਸ਼ਾਹ ਕਹਿਣ ਲੱਗੇ ਜਿਨ੍ਹਾਂ ਪਦਾਰਥਾਂ ਨੇ ਇੱਕ ਛਿਣ ਦੇ ਵਿੱਚ ਨਾਸ ਹੋ ਜਾਣਾ, ਜਾਂ ਆਪਾਂ ਇਸ ਤਰ੍ਹਾਂ ਕਹਿ ਸਕਦੇ ਹਾਂ ਜਿਹੜੇ ਪਦਾਰਥ ਨਾਸਵੰਤ ਨੇ ਤੇ ਉਹ ਪਦਾਰਥਾਂ ਦਾ ਫਿਰ ਸੋਚ ਅੰਦੇਸਾ ਤਾਕ ਆ ਕਿਆ ਕਰੀਏ, ਉਹਨਾਂ ਬਾਰੇ ਸੋਚਣਾ ਕੀ ਤੇ ਉਹਨਾਂ ਬਾਰੇ ਫਿਰ ਭਰਮ ਵੀ ਕੀ ਕਰਨਾ ਹੈ ਕਿ ਇਹ ਪਦਾਰਥ ਚਲਾ ਗਿਆ ਤੇ ਮੇਰੇ ਕੋਲ ਕੁਝ ਨਹੀਂ ਰਹਿ ਗਿਆ, ਜੇ ਆ ਗਿਆ ਤੇ ਮੈਂ ਦੁਨੀਆ ਦਾ ਬਹੁਤ ਅਮੀਰ ਆਦਮੀ ਬਣ ਗਿਆ ਹਾਂ।
ਮਹਾਰਾਜ ਕਹਿਣ ਲੱਗੇ ਇੱਥੇ ਸਰੀਰ ਦਾ ਭਰੋਸਾ ਨਹੀਂ ਹੈ ਵੀ ਇੱਕ ਛਿੜ ਸਰੀਰ ਨੇ ਰਹਿਣਾ ਹੈ ਕਿ ਨਹੀਂ ਰਹਿਣਾ, ਤੇ ਸਰੀਰ ਨਾਲ ਕਮਾਏ ਗਏ ਪਦਾਰਥਾਂ ਦਾ ਵੀ ਕੋਈ ਭਰੋਸਾ ਨਹੀਂ ਵੀ ਅਗਲੇ ਛੇਨੇ ਪਦਾਰਥ ਮੇਰੇ ਕੋਲ ਹੋਵੇਗਾ ਕਿ ਨਹੀਂ ਹੋਵੇਗਾ। ਜਿਹੜੀਆਂ ਵਸਤੂਆਂ ਹੀ ਨਾਸਵੰਤ ਨੇ, ਫਿਰ ਉਹਨਾਂ ਬਾਰੇ ਸੋਚ ਕੇ ਤੇ ਮਨ ਵਿੱਚ ਭਰਮ ਪਾਲੀ ਜਾਣਾ ਵੀ ਆਹ ਵੀ ਮਿਲ ਜਾਵੇ, ਆਹ ਮਿਲ ਜਾਵੇ, ਆਹ ਕਿਤੇ ਮੇਰੇ ਕੋਲੋਂ ਚਲਾ ਹੀ ਨਾ ਜਾਵੇ। ਕਹਿੰਦੇ ਕਾਹਦਾ ਫਿਰ ਭਾਈ ਭਰਮ ਕਰਨਾ ਹੈ, ਕਿਉਂ ਭਰਮ ਦੇ ਵਿੱਚ ਲੱਗਾ ਹੋਇਆ। ਇਹ ਭਰਮ ਜਿਹੜਾ ਨਾ ਵੱਡੇ ਵੱਡੇ ਮਨੁੱਖਾਂ ਨੂੰ ਆਪਣੇ ਵਿੱਚ ਉਲਝਾ ਕੇ ਬੈਠਾ ਹੋਇਆ। ਭਰਮੇ ਸੁਰ ਨਰ ਦੇਵੀ ਦੇਵਾ, ਭਰਮੇ ਸਿੱਧ ਸਾਧਕ ਬ੍ਰਹਮੇਵਾ। ਇਹ ਗੁਰਬਾਣੀ ਦੇ ਬਚਨ ਹਨ। ਪਾਤਸ਼ਾਹ ਕਹਿਣ ਲੱਗੇ ਜਾਂ ਮੈਂ ਏਕ ਘੜੀ, ਜਿਹੜੇ ਪਦਾਰਥ ਇੱਕ ਘੜੀ ਵਿੱਚ ਨਾਸ ਹੋ ਜਾਣ ਵਾਲੇ, ਮੈਂ ਉਹਦੇ ਵਿੱਚ ਸੋਚਾਂ ਨੂੰ ਪਾ ਕੇ ਅੰਦੇਸਾ ਤਾਕਾ ਕਹਾਂ ਕਰੀਏ, ਤੇ ਕੀ ਉਹਦੇ ਵਾਸਤੇ ਭਰਮ ਕਰਨਾ, ਕੀ ਉਹਦੇ ਵਾਸਤੇ ਸ਼ੰਕਾ ਕਰਨਾ ਹੈ। ਰਹਾਉ ਤੁਮਰੀ ਟੇਕ ਪੂਰੇ ਮੇਰੇ, ਸਤਿਗੁਰ ਮਨ ਚਰਨ ਤੁਮਾਰੇ ਪਰੀ। ਸਤਿਗੁਰਾਂ ਦੇ ਅੱਗੇ ਬੇਨਤੀ ਕਰੀਏ, ਐ ਮੇਰੇ ਪੂਰੇ ਸਤਿਗੁਰੂ, ਮੇਰੇ ਮਨ ਦੀ ਟੇਕ ਤੇ ਤੁਹਾਡਾ ਨਾਮ ਹੀ ਹੈ, ਤੁਹਾਡੇ ਚਰਨਾਂ ਦੇ ਉੱਪਰ ਮੇਰੀ ਟੇਕ ਹੈ। ਟੇਕ ਨਾਮ ਆਸਰੇ ਦਾ ਹੈ, ਤੁਹਾਡੇ ਚਰਨਾਂ ਦਾ ਹੀ ਮੈਨੂੰ ਆਸਰਾ ਹੈ। ਤੁਮਰੀ ਟੇਕ ਪੂਰੇ ਮੇਰੇ ਸਤਿਗੁਰ, ਐ ਮੇਰੇ ਪੂਰੇ ਸਤਿਗੁਰਾ, ਮੇਰਾ ਭਰੋਸਾ ਤੇਰੇ ਚਰਨਾਂ ਦੇ ਉੱਪਰ ਹੈ। ਮਨ ਸ਼ਰਨ ਤੁਮਾਰੇ ਪਰੀ, ਮੈਂ ਮਨ ਕਰਕੇ ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਆ ਕੇ ਪੈ ਗਿਆ ਹਾਂ। ਅਚੇਤ ਇਆਨੇ ਬਾਰਿਕ ਨਾਨਕ, ਹਮ ਤੁਮ ਰਾਖੋ ਧਾਰ ਕਰੀ। ਸਤਿਗੁਰੂ ਪਾਤਸ਼ਾਹ ਜੀਓ, ਅਸੀਂ ਅਚੇਤ ਬੇਸਮਝ ਹਾਂ। ਬੇਸਮਝ ਬਾਲਕ, ਇੱਕ ਬਾਲਕ ਬੱਚਾ ਸਿਆਣਾ ਹੁੰਦਾ ਹੈ, ਇੱਕ ਬੱਚਾ ਛੋਟੀ ਉਮਰ ਦੇ ਵਿੱਚ ਬੇਸਮਝ ਹੁੰਦਾ। ਉਹਨੂੰ ਪਤਾ ਨਹੀਂ ਹੈ ਵੀ ਇਹਦੇ ਵਿੱਚ ਸੁੱਖ ਕੀ ਹੈ, ਦੁੱਖ ਕੀ ਹੈ, ਚੰਗਾ ਕੀ ਹੈ, ਮਾੜਾ ਕੀ ਹੈ। ਜਦੋਂ ਬੱਚਾ ਸਿਆਣਾ ਹੋ ਜਾਂਦਾ ਹੈ, ਉਹ ਵੀ ਬੱਚਾ, ਪਰ ਕੁਝ ਉਮਰਾਂ ਇਹੋ ਜਿਹੀ ਹੁੰਦੀ ਹੈ ਜਦੋਂ ਬੱਚੇ ਨੂੰ ਚੰਗੇ ਮਾੜੇ ਦਾ ਪਤਾ ਨਹੀਂ। ਜੇ ਸੱਪ ਵੀ ਉਹਦੇ ਕੋਲ ਛੱਡ ਦਿੱਤਾ ਤੇ ਰਿੜ ਕੇ ਭੱਜ ਕੇ ਉਹਨੇ ਸੱਪ ਵੀ ਫੜਨਾ ਹੈ, ਕਿਉਂਕਿ ਅਚੇਤ ਹੈ, ਉਹਨੂੰ ਸਮਝ ਨਹੀਂ ਹੈ ਵੀ ਇਹ ਮੈਨੂੰ ਡੰਗ ਮਾਰ ਸਕਦਾ ਹੈ। ਜੇ ਅੱਗ ਬਲਦੀ ਪਈ ਹੈ ਤੇ ਬਲਦੀ ਅੱਗ ਨੂੰ ਵੀ ਭੱਜ ਕੇ ਹੱਥ ਪਾਵੇਗਾ, ਪਰ ਪਤਾ ਨਹੀਂ ਹੈ ਬੱਚੇ ਨੂੰ ਵੀ ਅੱਗ ਨੁਕਸਾਨ ਕਰੇਗੀ। ਮਹਾਰਾਜ ਅਸੀਂ ਤੇ ਉਸ ਬੱਚੇ ਵਰਗੇ ਹਾਂ ਜਿਹਨੂੰ ਸੱਪ ਦੇ ਦੁੱਖ ਦਾ ਨਹੀਂ ਪਤਾ ਹੈ, ਜਿਹਨੂੰ ਅੱਗ ਦੇ ਦੁੱਖ ਦਾ ਨਹੀਂ ਪਤਾ ਹੈ, ਕੇਵਲ ਫੜਨ ਦਾ ਹੀ ਯਤਨ ਕਰਦਾ ਹੈ। ਚੇਤ ਇਆਣੇ ਬਾਰਕ ਨਾਨਕ, ਅਸੀਂ ਤੇਰੇ ਘਰ ਦੇ ਉਹ ਬੱਚੇ ਹਾਂ ਜਿਹੜੇ ਬਿਲਕੁਲ ਬੇਸਮਝ ਹਾਂ, ਜਿਨ੍ਹਾਂ ਨੂੰ ਪਤਾ ਨਹੀਂ ਹੈ ਵੀ ਦੁੱਖ ਕਿੱਥੋਂ ਪ੍ਰਾਪਤ ਹੋ ਸਕਦਾ ਹੈ। ਤੇ ਹਮ ਰਾਖੋ ਧਾਰ ਕਰੀ, ਸਾਡੇ ਤੇ ਐਸੀ ਕਿਰਪਾ ਕਰੋ। ਕਰੀ ਨਾਮ ਹਾਥੀ ਦਾ ਹੈ, ਜਿਵੇਂ ਹਾਥੀ ਨੂੰ ਰੱਖਿਆ ਸੀ ਹਰੀਹਰ ਖੇਤਰ ਦੇ ਵਿੱਚ, ਉਹਦੀ ਰੱਖਿਆ ਕਰਕੇ ਮਹਾਰਾਜ ਇਸੇ ਤਰ੍ਹਾਂ ਇਹ ਜਿਹੜਾ ਕਲਯੁਗ ਹੈ ਇਹਦੇ ਵਿੱਚ ਸਾਨੂੰ ਹੱਥ ਦੇ ਕੇ ਰੱਖਿਆ ਕਰੋ, ਸਾਡੇ ਤੇ ਕਿਰਪਾ ਕਰੋ। ਗੁਜਰੀ ਮਹੱਲਾ ਪੰਜਵਾ, ਤੂੰ ਦਾਤਾ ਜੀਆਂ ਸਭਨਾ ਕਾ, ਬਸੋ ਮੇਰੇ ਮਨ ਮਾਹੀ। ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀਆਂ ਦਾ ਇਹ ਸ਼ਬਦ ਮਹਾਰਾਜ ਕਹਿਣ ਲੱਗੇ, ਤੂੰ ਦਾਤਾ, ਤੁਸੀਂ ਦਾਤੇ ਹੋ ਜੀ। ਕਿੱਥੋਂ ਦੇ ਦਾਤੇ ਹੋ? ਜੀਆਂ ਸਭਨਾ ਕਾ, ਜਿੰਨੇ ਵੀ ਜੀਵ ਨੇ, ਇਕੱਲੇ ਮਨੁੱਖਾਂ ਦੇ ਦਾਤੇ ਨਹੀਂ। ਸਾਨੂੰ ਤੇ ਸਾਡੇ ਪਰਿਵਾਰ ਦਾ ਫਿਕਰ ਹੈ, ਜਾਂ ਸਾਨੂੰ ਕੇਵਲ ਆਪਣੇ ਸੰਸਾਰ ਦਾ ਫਿਕਰ ਹੈ ਵੀ ਇੰਨਾ ਕੁ ਮੇਰਾ ਸੰਸਾਰ ਹੈ, ਇੰਨਾ ਕੁ ਮੇਰਾ ਪਰਿਵਾਰ ਹੈ, ਪਰ ਉਸ ਪਰਮਾਤਮਾ ਨੂੰ ਸਾਰੀ ਸ੍ਰਿਸ਼ਟੀ ਦਾ ਫਿਕਰ ਹੈ। ਸੋ ਸਭਨਾ ਜੀਆਂ ਕਾ ਇੱਕ ਦਾਤਾ, ਉਹ ਦਾਤਾ ਇੱਕ ਹੈ, ਪਰ ਲੈਣ ਵਾਲੀ ਸ੍ਰਿਸ਼ਟੀ ਸਾਰੀ ਉਹਦੇ ਕੋਲੋਂ ਖਲੋਤੀ ਹੋਈ ਹੈ। ਪਾਤਸ਼ਾਹ ਕਹਿਣ ਲੱਗੇ, ਤੂੰ ਦਾਤਾ ਜੀਆਂ ਸਭਨਾ ਕਾ, ਤੁਸੀਂ ਸਾਰੇ ਜੀਵਾਂ ਦੇ ਇਕੱਲੇ ਦਾਤੇ ਹੋ, ਮੇਰੇ ਤੇ ਕਿਰਪਾ ਕਰੋ। ਬਸੋ ਮੇਰੇ ਮਨ ਮਾਹੀ, ਮੇਰੇ ਮਨ ਦੇ ਵਿੱਚ ਵਸ ਜਾਓ, ਮੇਰੇ ਤੇ ਇਹ ਕਿਰਪਾ ਕਰੋ। ਕਿਉਂਕਿ ਦਾਤੇ ਤੇ ਤੁਸੀਂ ਹੋ, ਮੈਂ ਤੁਹਾਡੇ ਕੋਲੋਂ ਦਾਤ ਨਹੀਂ ਮੰਗਦਾ ਕਿ ਮੈਨੂੰ ਦੁਨੀਆ ਦਾ ਪਦਾਰਥ ਦਿਓ, ਕਿਉਂਕਿ ਦੁਨੀਆ ਦਾ ਪਦਾਰਥ ਤੇ ਮੁੱਕ ਜਾਣ ਵਾਲਾ, ਨਾਸ ਹੋ ਜਾਣ ਵਾਲਾ। ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਮੈਂ ਕੀ ਮੰਗਾ? ਜੋ ਵੀ ਮੰਗਾਂਗਾ ਅੱਜ ਨਹੀਂ ਤੇ ਕੱਲ ਉਸਨੇ ਮੁੱਕ ਜਾਣਾ ਹੈ, ਨਸ਼ਟ ਹੋ ਜਾਣਾ ਹੈ। ਇਸ ਕਰਕੇ ਮੈਂ ਨਾਮ ਮੰਗਾ ਜਿਹੜਾ ਮੁੱਕਣ ਵਾਲਾ ਹੀ ਨਹੀਂ ਹੈ। ਤੇ ਮਹਾਰਾਜ ਕਹਿਣ ਲੱਗੇ, ਜਿੱਥੇ ਨਾਮ ਆ ਗਿਆ, ਜਿੱਥੇ ਪਰਮਾਤਮਾ ਆ ਗਿਆ, ਉੱਥੇ ਸਾਰਾ ਕੁਝ ਹੀ ਆ ਜਾਂਦਾ ਹੈ। ਇਸ ਕਰਕੇ ਪਦਾਰਥਾਂ ਨੂੰ ਛੱਡ ਕੇ ਮੈਂ ਤੇ ਪਦਾਰਥ ਦੇਣ ਵਾਲੇ ਨੂੰ ਧਿਆਉਂਦਾ ਹਾਂ।
ਬਸੋ ਮੇਰੇ ਮਨ ਮਾਹੀ, ਮੇਰੇ ਮਨ ਦੇ ਵਿੱਚ ਆਪ ਜੀ ਵਸਣਾ ਕਰੋ। ਚਰਨ ਕਮਲ ਰਿਦ ਮਾਹੇ ਸਮਾਏ, ਤਹਿ ਭਰਮ ਅੰਧੇਰਾ ਨਾਹੀ। ਜਿਸ ਦੇ ਹਿਰਦੇ ਵਿੱਚ ਪ੍ਰਮਾਤਮਾ ਦੇ ਚਰਨ ਸਮਾ ਜਾਂਦੇ, ਉਹਦੇ ਹਿਰਦੇ ਵਿੱਚ ਇੰਨਾ ਪ੍ਰਕਾਸ਼ ਹੋ ਜਾਂਦਾ ਵੀ ਭਰਮ ਦਾ ਹਨੇਰਾ ਰਹਿ ਹੀ ਨਹੀਂ ਜਾਂਦਾ। ਸਾਡੇ ਮਨ ਵਿੱਚ ਭਰਮ ਨੇ ਹਨੇਰਾ ਪਾ ਕੇ ਰੱਖਿਆ ਹੋਇਆ, ਤੇ ਹਨੇਰੇ ਵਿੱਚ ਕੋਈ ਚੀਜ਼ ਲੱਭਦੀ ਨਹੀਂ ਹੈ। ਭਾਵੇਂ ਸਾਹਮਣੇ ਵੀ ਪਈ ਹੈ, ਹਨੇਰੇ ਵਿੱਚ ਲੱਭਣੀ ਬੜੀ ਕਠਿਨ ਹੈ। ਪਰ ਜਿਨ੍ਹਾਂ ਨੂੰ ਪ੍ਰਕਾਸ਼ ਪ੍ਰਾਪਤ ਹੋ ਜਾਂਦਾ ਹੈ, ਗਿਆਨ ਪ੍ਰਾਪਤ ਹੋ ਜਾਂਦਾ, ਉਹ ਝਟ ਪ੍ਰਾਪਤ ਕਰ ਲੈਂਦੇ। ਬੇਨਤੀ ਹੈ ਸਤਿਗੁਰੂ ਜੀ, ਸੋ ਤੁਹਾਡੇ ਜਿਹੜੇ ਚਰਨ ਨੇ ਉਹ ਮੇਰੇ ਜਦੋਂ ਹਿਰਦੇ ਵਿੱਚ ਵਸ ਗਏ, ਫਿਰ ਹਿਰਦੇ ਵਿੱਚ ਪ੍ਰਕਾਸ਼ ਹੀ ਪ੍ਰਕਾਸ਼ ਹੋ ਜਾਵੇਗਾ। ਤਹਿ ਭਰਮ ਅੰਧੇਰਾ ਨਾਹੀ, ਉੱਥੇ ਅਗਿਆਨਤਾ ਦਾ ਹਨੇਰਾ ਰਵੇਗਾ ਹੀ ਨਹੀਂ, ਭਰਮ ਦਾ ਹਨੇਰਾ ਫਿਰ ਰਹਿੰਦਾ ਨਹੀਂ ਹੈ। ਠਾਕੁਰ ਜਾ ਸਿਮਰਾ ਤੂੰ ਤਾਹੀ, ਉਹਨਾਂ ਦੀ ਅਵਸਥਾ ਬਣ ਜਾਂਦੀ ਹੈ। ਮੈਂ ਜਿੱਥੇ ਵੀ ਠਾਕੁਰ ਨੂੰ ਸਿਮਰਾਂਗਾ ਉਹ ਉੱਥੇ ਹੀ ਹੈ। ਕਿਹਦੀ ਅਵਸਥਾ ਬਣ ਜਾਂਦੀ ਹੈ? ਜਿਹਦੇ ਹਿਰਦੇ ਵਿੱਚ ਚਰਨ ਵਸ ਜਾਂਦੇ। ਤੇ ਸਾਡੇ ਸਾਹਮਣੇ ਸਾਖੀ ਭਗਤ ਪ੍ਰਹਿਲਾਦ ਦੀ ਆ ਜਾਂਦੀ ਹੈ ਕਿ ਉਸ ਨੂੰ ਇਸ ਗੱਲ ਦੀ ਸਮਝ ਪੈ ਗਈ, ਗਿਆਨ ਹੋ ਗਿਆ ਵੀ ਪ੍ਰਮਾਤਮਾ ਜਿੱਥੇ ਮੈਂ ਸਿਮਰਾਂਗਾ ਉੱਥੇ ਮੇਰੀ ਸਹਾਇਤਾ ਕਰੇਗਾ। ਤੇ ਸਹਾਇਤਾ ਹੋਈ ਵੀ ਹੈ, ਬਚਾਇਆ ਵੀ ਹੈ ਪ੍ਰਮਾਤਮਾ ਨੇ। ਇਸ ਤਰ੍ਹਾਂ ਉਹ ਜਿਹੜੇ ਗੁਰਮੁਖ ਨੇ ਉਹਨਾਂ ਦੀ ਅਵਸਥਾ ਇਹ ਬਣ ਜਾਂਦੀ ਹੈ, ਠਾਕੁਰ ਜਾਂ ਸਿਮਰਾ ਤੂੰ ਤਾਹੀ, ਮੈਂ ਜਿੱਥੇ ਵੀ ਤੈਨੂੰ ਯਾਦ ਕਰਾਂਗਾ, ਕੋਈ ਇਹੋ ਜਿਹੀ ਜਗ੍ਹਾ ਹੈ ਹੀ ਨਹੀਂ ਵੀ ਜਿੱਥੇ ਤੂੰ ਨਾ ਹੋਵੇ। ਜਿਵੇਂ ਬਹਾਦਰ ਬਿਧੀ ਚੰਦ ਜੀ ਬਲਦੇ ਹੋਏ ਭੱਠ ਵਿੱਚ ਬੈਠੇ, ਉਹਨਾਂ ਨੂੰ ਇਸ ਗੱਲ ਦੀ ਗਿਆਨ ਹੈ, ਸੋਝੀ ਹੈ ਵੀ ਸਤਿਗੁਰੂ ਮੇਰੇ ਨਾਲ ਹੈ ਤੇ ਭੱਠ ਵਿੱਚ ਵੀ ਮੇਰੀ ਰੱਖਿਆ ਕਰੇਗਾ। ਸੋ ਜਿੱਥੇ ਜਿੱਥੇ ਵੀ ਉਹ ਗੁਰਮੁਖ ਸਿਮਰਦੇ ਨੇ, ਉਹ ਪ੍ਰਮਾਤਮਾ ਫਿਰ ਉੱਥੇ ਉੱਥੇ ਉਹਨਾਂ ਦੀ ਸਹਾਇਤਾ ਕਰਦਾ ਹੈ। ਕਰ ਕਿਰਪਾ ਸਰਬ ਪ੍ਰਤਪਾਲਕ, ਪ੍ਰਭ ਕੋ ਸਦਾ ਸਲਾਹੀ। ਇਸ ਕਰਕੇ ਇਹ ਸਾਰਿਆਂ ਨੂੰ ਪਾਲਣ ਵਾਲੇ ਪ੍ਰਮਾਤਮਾ ਮੇਰੇ ਤੇ ਕਿਰਪਾ ਕਰ। ਕਰ ਕਿਰਪਾ ਸਰਬ ਪ੍ਰਤਪਾਲਕ, ਸਾਰੀ ਸ੍ਰਿਸ਼ਟੀ ਨੂੰ ਪਾਲਣ ਵਾਲੇ ਪ੍ਰਮਾਤਮਾ ਮੇਰੇ ਤੇ ਕਿਰਪਾ ਕਰ ਕਿ ਪ੍ਰਭ ਕੋ ਸਦਾ ਸਲਾਹੀ। ਕਿਰਪਾ ਕੀ ਹੈ ਕਿ ਮੈਂ ਪਰਮੇਸ਼ਰ ਦੀ ਸਦਾ ਸਿਫਤ ਕਰਦਾ ਰਵਾਂ। ਸਾਨੂੰ ਦੁਨੀਆ ਦਾ ਪਦਾਰਥ ਮਿਲ ਜਾਵੇ, ਦੁਨੀਆ ਦੀ ਵਸਤੂ ਮਿਲ ਜਾਵੇ ਤੇ ਲੋਕ ਵਧਾਈ ਦਿੰਦੇ, ਇਹ ਬੜੇ ਵੱਡੇ ਭਾਗਾਂ ਵਾਲਾ, ਇਹਨੂੰ ਇਹ ਚੀਜ਼ ਮਿਲ ਗਈ ਹੈ। ਪਰ ਅਸਲ ਵਿੱਚ ਕਿਰਪਾ ਵਾਲਾ ਉਹ ਹੈ, ਵੱਡਿਆਂ ਭਾਗਾਂ ਵਾਲਾ ਉਹ ਹੈ, ਬਖਸ਼ਿਸ਼ ਵਾਲਾ ਉਹ ਹੈ ਜਿਹੜਾ ਪਰਮੇਸ਼ਰ ਨੂੰ ਸਦਾ ਸਲਾਉਂਦਾ ਹੈ। ਉਹਦੇ ਉੱਪਰ ਅਸਲ ਵਿੱਚ ਪਰਮਾਤਮਾ ਦੀ ਕਿਰਪਾ ਹੈ। ਸੋ ਮਹਾਰਾਜ ਕਹਿਣ ਲੱਗੇ, ਕਰ ਕਿਰਪਾ ਸਰਬ ਪ੍ਰਤਪਾਲਕ, ਸਾਰਿਆਂ ਦੇ ਪਾਲਣ ਵਾਲੇ ਪ੍ਰਮਾਤਮਾ ਮੇਰੇ ਤੇ ਕਿਰਪਾ ਕਰ। ਕਿਰਪਾ ਕੀ ਕਰ? ਪ੍ਰਭ ਕੋ ਸਦਾ ਸਲਾਹੀ, ਮੈਂ ਪਰਮੇਸ਼ਰ ਦੇ ਨਾਮ ਨੂੰ ਜਪਾਂ, ਇਹ ਕਿਰਪਾ ਹੋਵੇ। ਤੇ ਜਿਹੜਾ ਨਾਮ ਨੂੰ ਜਪਦਾ ਨਾ ਹਰ ਵੇਲੇ, ਸਮਝ ਲਓ ਵੀ ਉਹਦੇ ਤੇ ਪ੍ਰਮਾਤਮਾ ਦੀ ਕਿਰਪਾ ਹੈ। ਰਹਾਉ ਸਾਸ ਸਾਸ ਤੇਰਾ ਨਾਮ ਸਮਾਰੋ, ਤੁਮ ਹੀ ਕੋ ਪ੍ਰਭ ਆਹੀ। ਮੈਂ ਸਵਾਸ ਸਵਾਸ ਤੁਹਾਡੇ ਨਾਮ ਨੂੰ ਜਪਾਂ। ਜਦੋਂ ਸਾਹ ਅੰਦਰ ਨੂੰ ਲਵਾਂ ਉਦੋਂ ਵੀ ਤੁਹਾਡਾ ਨਾਮ ਮੇਰੇ ਮੁਖੋਂ ਨਿਕਲੇ, ਮੇਰੇ ਸਾਹ ਦੇ ਨਾਲ ਹੀ ਤੁਹਾਡਾ ਨਾਮ ਚੱਲੇ। ਜਦੋਂ ਮੈਂ ਸਾਹ ਨੂੰ ਬਾਹਰ ਕੱਢਾਂ ਉਦੋਂ ਵੀ ਤੁਹਾਡਾ ਨਾਮ ਚੱਲੇ, ਕਿਉਂਕਿ ਸਾਹ ਦੀ ਲੜੀ ਰੁਕਣ ਵਾਲੀ ਨਹੀਂ ਹੈ। ਜੇ ਅਸੀਂ ਸੁੱਤੇ ਹੋਵਾਂਗੇ ਸਾਹ ਦੀ ਲੜੀ ਤਾਂ ਵੀ ਚੱਲਦੀ ਰਹਿਣੀ ਹੈ। ਜੇ ਅਸੀਂ ਬੈਠੇ ਹਾਂ ਸਾਹ ਸਾਡੇ ਫਿਰ ਵੀ ਚੱਲਦੇ ਰਹਿਣੇ। ਤੇ ਜਿਨ੍ਹਾਂ ਦੀ ਅਵਸਥਾ ਬਣ ਜਾਂਦੀ ਹੈ ਨਾ ਹਰ ਸਵਾਸ ਦੇ ਨਾਲ ਨਾਮ ਜਪਣਾ, ਉਹ ਫਿਰ ਸੁੱਤਿਆਂ ਵੀ, ਉਹ ਜਦੋਂ ਸਾਹ ਲੈਂਦੇ ਉਦੋਂ ਵੀ ਉਹਨਾਂ ਦੇ ਕੋਲੋਂ ਵਾਹਿਗੁਰੂ ਦਾ ਜਾਪ ਹੁੰਦਾ ਹੈ। ਉੱਠਦੇ ਬੈਠਦੇ ਵੀ ਫਿਰ ਜਾਪ ਕਰਦੇ। ਪਰ ਇਹ ਮਿਹਨਤ ਮਸ਼ੱਕਤ ਕਰਨੀ ਪਵੇਗੀ ਵੀ ਹੁਣ ਸਾਹ ਆਇਆ, ਹੁਣ ਮੈਨੂੰ ਜਪਣਾ ਪਵੇਗਾ। ਤੇ ਸਾਹ ਜ਼ਿੰਦਗੀ ਜਿਉਣ ਵਾਸਤੇ, ਅਤੇ ਇਸੇ ਤਰ੍ਹਾਂ ਫਿਰ ਨਾਮ ਵੀ ਉਹਨਾਂ ਦਾ ਜੀਵਨ ਬਣ ਜਾਂਦਾ ਹੈ। ਮਹਾਰਾਜ ਕਹਿਣ ਲੱਗੇ, ਸਾਸ ਸਾਸ ਤੇਰਾ ਨਾਮ ਸੰਭਾਰੋ, ਮੇਰੇ ਤੇ ਬਖਸ਼ਿਸ਼ ਇਹ ਹੋਵੇ ਕਿ ਮੈਂ ਹਰੇਕ ਸਾਹ ਦੇ ਨਾਲ ਤੇਰੇ ਨਾਮ ਨੂੰ ਯਾਦ ਕਰਾਂ। ਤੁਮ ਹੀ ਕੋ ਪ੍ਰਭ ਆਹੀ, ਔਰ ਮੈਨੂੰ ਆਸਰਾ ਵੀ ਤੁਹਾਡਾ ਹੀ ਹੈ। ਤੁਹਾਡੇ ਬਿਨਾਂ ਆਸਰਾ ਹੋਰ ਕਿਸੇ ਦਾ ਹੈ ਹੀ ਨਹੀਂ। ਮੈਂ ਕਿਹਦੇ ਆਸਰੇ ਹੋ ਕੇ ਕੁਝ ਕਰਨਾ ਕਾਰਜ ਕਰਾਂ? ਨਹੀਂ ਕਰ ਸਕਦਾ। ਹਾਂ ਨਾਨਕ ਟੇਕ ਭਈ ਕਰਤੇ ਕੀ, ਹੁਰ ਆਸ ਬਿਡਾਨੀ ਲਾਹੀ। ਗੁਰੂ ਨਾਨਕ ਦੇ ਪਾਤਸ਼ਾਹ ਦੇ ਪੰਜਵੇਂ ਰੂਪ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ। ਕਹਿਣ ਲੱਗੇ, ਕਰਤੇ ਅਕਾਲ ਪੁਰਖ, ਮੈਨੂੰ ਤੇ ਕੇਵਲ ਤੁਹਾਡੀ ਇੱਕ ਆਸ ਹੈ, ਹੋਰ ਆਸ ਬਡਾਣੀ ਬਡਾਣੀ ਬਗਾਨਿਆਂ ਦੀ ਪਰਾਇਆਂ ਦੀ ਆਸ ਮੈਂ ਲਾ ਹੀ ਦਿੱਤੀ ਹੈ। ਕਾਹਦੀ ਦੂਜੇ ਦੀ ਆਸ ਕਰਨੀ ਹੈ? ਮੈਨੂੰ ਤੇ ਕੇਵਲ ਇੱਕ ਤੁਹਾਡੀ ਆਸ ਹੈ, ਇਹ ਮੇਰੇ ਤੇ ਕਿਰਪਾ ਕਰੋ। ਹੋਰ ਆਸ ਬਡਾਣੀ ਲਾਹੀ,
ਬਡਾਨੀ ਬਗਾਨਿਆਂ ਦੀ ਪਰਾਇਆਂ ਦੀ ਆਸ ਮੈਂ ਲਾਹ ਛੱਡੀ ਹੈ। ਮੈਨੂੰ ਕੇਵਲ ਇੱਕ ਤੁਹਾਡੀ ਆਸ ਹੈ, ਇਹ ਮੇਰੇ ਤੇ ਕਿਰਪਾ ਕਰੋ। ਗੂਜਰੀ ਮਹੱਲਾ ਪੰਜਵਾ। ਕਰ ਕਿਰਪਾ ਆਪਣਾ ਦਰਸ ਦੀਜੈ, ਜਸ ਗਾਵੋ ਨਿਸ ਅਰ ਭੋਰ। ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ਼ਿਸ਼ ਕਰਦੇ ਹੈ, ਅਕਾਲ ਪੁਰਖ ਐਸੀ ਕਿਰਪਾ ਕਰੋ। ਕਰ ਕਿਰਪਾ ਆਪਣਾ ਦਰਸ ਦੀਜੈ, ਆਪਣੇ ਦਰਸ਼ਨਾਂ ਦੀ ਦਾਤ ਬਖਸ਼ਿਸ਼ ਕਰੋ। ਤੇ ਜਦੋਂ ਮੈਨੂੰ ਦਰਸ਼ਨ ਪ੍ਰਾਪਤ ਹੋਣਗੇ, ਜਸ ਗਾਵੋ ਨਿਸ ਅਰ ਭੋਰ, ਮੈਂ ਤੁਹਾਡਾ ਜਸ ਦਿਨੇ ਵੀ ਗਾਵਾਂਗਾ ਅਤੇ ਰਾਤ ਨੂੰ ਵੀ ਗਾਵਾਂਗਾ। ਰਾਤ ਵੀ ਤੁਹਾਡੇ ਜਸ ਨੂੰ ਕਰਾਂਗਾ। ਦਿਨ ਰਾਤੀਆਂ ਰੱਧ ਹੋ ਪਿਆਰੋ, ਨਿਮਖ ਨਾ ਕੀਜੈ ਢੀਲਾ। ਮਹਾਰਾਜ ਜੀਆਂ ਦੇ ਬਚਨ ਹਨ, ਪਰ ਇਹ ਦਿਨੇ ਰਾਤ ਉਹ ਗਾਉਂਦੇ ਨੇ ਜਿਨ੍ਹਾਂ ਦੇ ਉੱਪਰ ਉਹ ਕਿਰਪਾ ਕਰਦਾ ਹੈ। ਪਾਤਸ਼ਾਹ ਕਹਿਣ ਲੱਗੇ, ਕਰ ਕਿਰਪਾ ਆਪਣਾ ਦਰਸ ਦੀਜੈ, ਕਿਰਪਾ ਕਰਕੇ ਮੈਨੂੰ ਆਪਣੇ ਦਰਸ਼ਨਾਂ ਦੀ ਦਾਤ ਬਖਸ਼ਿਸ਼ ਕਰੋ, ਤਾਂ ਕਿ ਮੈਂ ਤੁਹਾਡੇ ਜਸ ਨੂੰ ਦਿਨੇ ਤੇ ਰਾਤ ਗਾਉਂਦਾ ਰਹਾਂ ਜੀ। ਕੇਸ ਸੰਗ ਦਾਸ ਪਗਚਾਰੋ, ਇਹ ਮਨੋਰਥ ਮੋਰ। ਮੇਰੇ ਮਨ ਦਾ ਮਨੋਰਥ ਇਹ ਹੈ, ਮੇਰੇ ਮਨ ਦੀ ਇੱਛਾ ਇਹ ਹੈ ਵੀ ਜਿਹੜੇ ਤੁਹਾਡੇ ਦਾਸ ਬਣੇ ਨੇ, ਜਿਨ੍ਹਾਂ ਨੇ ਤੁਹਾਡੇ ਨਾਮ ਨੂੰ ਜਪਿਆ ਹੈ, ਮੈਂ ਉਹਨਾਂ ਦੇ ਚਰਨ ਆਪਣੇ ਕੇਸਾਂ ਦੇ ਨਾਲ ਸਾਫ਼ ਕਰਾਂ। ਸੋ ਐਸਾ ਪਵਿੱਤਰ ਬਚਨ ਮਹਾਰਾਜ ਜੀਆਂ ਨੇ ਇੱਥੇ ਵਰਤਿਆ ਹੈ ਕਿ ਸਾਡੇ ਪਵਿੱਤਰ ਨੇ, ਔਰ ਇਹਨਾਂ ਪਵਿੱਤਰ ਚਰਨ ਕੇਸਾਂ ਦੇ ਨਾਲ ਪਵਿੱਤਰ ਮਹਾਤਮਾ ਦੇ ਚਰਨਾਂ ਦੀ ਮੈਂ ਸੇਵਾ ਕਰਕੇ ਆਪਣੇ ਆਪ ਨੂੰ ਸਫਲਾ ਕਰ ਲਵਾਂ। ਮੇਰੀ ਖੱਲੋ ਮੌਜੜੇ ਗੁਰਸਿੱਖ ਹੰਡਾਉਂਦੇ। ਭਾਈ ਸਾਹਿਬ ਭਾਈ ਗੁਰਦਾਸ ਜੀਆਂ ਨੇ ਵੀ ਬਚਨ ਲਿਖਿਆ, ਕਹਿਣ ਲੱਗੇ ਜਿਹੜੇ ਤੇਰੇ ਨਾਮ ਜਪਣ ਵਾਲੇ ਗੁਰਮੁਖ ਨੇ, ਉਹਨਾਂ ਦੇ ਚਰਨਾਂ ਵਿੱਚ ਪੈਣ ਵਾਲੀ ਜੁੱਤੀ ਜਿਹੜੀ ਹੈ ਉਹ ਮੇਰੇ ਸਰੀਰ ਦੇ ਚੰਮ ਦੀ ਬਣ ਜਾਵੇ, ਤਾਂ ਕਿ ਮੇਰੇ ਸਰੀਰ ਦਾ ਚਮੜਾ ਸਫਲ ਹੋ ਜਾਵੇ। ਐਸੀ ਦਾਤ ਮੇਰੇ ਤੇ ਕਿਰਪਾ ਕਰੋ। ਧੰਨ ਗੁਰੂ ਰਾਮਦਾਸ ਪਾਤਸ਼ਾਹ ਸੋਢੀ ਸੁਲਤਾਨ ਮਹਾਰਾਜ ਸਾਹਿਬ ਜੀ, ਤਿਨਾਂ ਦੇ ਕੋਲ ਬਾਬਾ ਸ਼੍ਰੀ ਚੰਦ ਜੀ ਚੱਲ ਕੇ ਆਏ। ਆ ਕੇ ਬੈਠ ਗਏ, ਬਚਨ ਬਿਲਾਸ ਕੀਤੇ। ਬਚਨ ਬਿਲਾਸ ਕਰਦਿਆਂ ਕਰਦਿਆਂ ਬਾਬਾ ਸ਼੍ਰੀ ਚੰਦ ਜੀ ਕਹਿਣ ਲੱਗੇ, ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ, ਤੁਹਾਡਾ ਦਾੜਾ ਬੜਾ ਲੰਮਾ ਹੈ, ਬੜਾ ਸੁੰਦਰ ਹੈ। ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀਆਂ ਦੇ ਦਾੜੇ ਦੇ ਕੇਸ ਲੰਮੇਰੇ ਨੇ, ਲੰਮੇ ਨੇ, ਬੜਾ ਸੁੰਦਰ ਦਾੜਾ ਵੇਖ ਕੇ ਕਹਿਣ ਲੱਗਾ, ਤੁਹਾਡਾ ਦਾੜਾ ਬੜਾ ਲੰਮਾ ਤੇ ਸੁੰਦਰ ਹੈ, ਇਹ ਕਾਹਦੇ ਵਾਸਤੇ ਇੰਨਾ ਵਧਾਇਆ ਹੋਇਆ? ਕਟਾਸ਼ ਵਾਲੇ ਬਚਨ ਕੀਤੇ ਵੀ ਇਹਨਾਂ ਦੀ ਨਿਮਰਤਾ ਵੇਖੀਏ, ਇਹਨਾਂ ਦਾ ਜੀਵਨ ਵੇਖੀਏ ਵੀ ਕਿਸ ਤਰ੍ਹਾਂ ਦੀ ਕਮਾਈ ਵਾਲੇ ਨੇ। ਜਦੋਂ ਇਹ ਬਚਨ ਕੀਤਾ ਨਾ ਵੀ ਦਾੜਾ ਬੜਾ ਲੰਬੇਰਾ ਹੈ ਤੇ ਕਾਸ ਵਾਸਤੇ ਕਿਉਂ ਇੰਨਾ ਵਧਾਇਆ ਹੋਇਆ ਹੈ, ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਬਾਬਾ ਸ਼੍ਰੀ ਚੰਦ ਜੀਆਂ ਦੇ ਬਚਨ ਸੁਣ ਕੇ ਆਪਣੇ ਦਾੜੇ ਨੂੰ ਆਪਣੇ ਹੱਥਾਂ ਵਿੱਚ ਫੜ ਕੇ ਤੇ ਪਾਤਸ਼ਾਹ ਕਹਿਣ ਲੱਗੇ, ਬਾਬਾ ਸ਼੍ਰੀ ਚੰਦ ਜੀ, ਤੁਹਾਡੇ ਵਰਗੇ ਮਹਾਂਪੁਰਖਾਂ ਦੇ ਚਰਨ ਝਾੜਨ ਵਾਸਤੇ ਵਧਾਇਆ ਹੋਇਆ। ਇੱਕ ਵਾਰੀ ਆਖੀਏ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਇਹ ਬਚਨ ਕੀਤਾ ਗੁਰੂ ਰਾਮਦਾਸ ਪਾਤਸ਼ਾਹ ਜੀਆਂ ਨੇ, ਤੇ ਉਸ ਵੇਲੇ ਬਾਬਾ ਸ਼੍ਰੀ ਚੰਦ ਜੀਆਂ ਨੇ ਚਰਨ ਫੜ ਲਿਆ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ। ਕਹਿਣ ਲੱਗੇ, ਬਸ ਇਸੇ ਨਿਮਰਤਾ ਕਰਕੇ ਤੁਸੀਂ ਇਸੇ ਗੁਰਤਾ ਗੱਦੀ ਦੇ ਮਾਲਕ ਬਣੇ ਹੋ। ਸਾਡੇ ਕੋਲ ਨਿਮਰਤਾ ਨਹੀਂ ਆਈ ਤੇ ਅਸੀਂ ਗੁਰਤਾ ਗੱਦੀ ਤੋਂ ਖਾਲੀ ਰਹਿ ਗਏ। ਤੁਸੀਂ ਵਾਕਿਆ ਹੀ ਯੋਗ ਹੋ ਇਸ ਪਦਵੀ ਦੇ, ਇਸ ਪਦ ਦੇ ਜਿੱਥੇ ਆਪ ਜੀ ਇਸ ਵੇਲੇ ਬੈਠੇ ਹੋ। ਇਹ ਤੁਹਾਡੀ ਨਿਮਰਤਾ ਨੇ ਤੁਹਾਨੂੰ ਇੱਥੇ ਬਿਠਾਇਆ ਹੈ। ਤੇ ਇਹ ਬਚਨ ਮਹਾਰਾਜ ਜੀਆਂ ਦੇ ਇਤਿਹਾਸ ਵਿੱਚ ਆਪਾਂ ਸਰਵਨ ਕਰਦੇ ਹਾਂ। ਮਹਾਰਾਜ ਗੁਰੂ ਅਰਜਨ ਸਾਹਿਬ ਕਹਿ ਰਹੇ ਨੇ, ਕਹਿਣ ਲੱਗੇ, ਕੇਸ ਸੰਗ ਦਾਸ ਪੱਗ ਝਾਰੋ, ਇਹ ਹੈ ਮਨੋਰਥ ਮੋਰ। ਮੇਰੇ ਮਨ ਦੀ ਤੇ ਇੱਛਾ ਹੀ ਇਹ ਹੈ ਕਿ ਜਿਵੇਂ ਮੇਰੇ ਪਿਤਾ ਸਤਿਗੁਰੂ ਜੀਆਂ ਨੇ ਬਚਨ ਕੀਤੇ ਸਨ ਕਿ ਅਸੀਂ ਆਪਣੇ ਦਾੜੇ ਦੇ ਨਾਲ ਬਾਬਾ ਸ਼੍ਰੀ ਚੰਦ ਜੀ ਤੁਹਾਡੇ ਵਰਗੇ ਮਹਾਂਪੁਰਖਾਂ ਦੇ ਚਰਨ ਝਾੜਦੇ ਹਾਂ, ਅਸੀਂ ਵੀ ਇੱਥੇ ਇਹ ਬੇਨਤੀ ਕਰਦੇ ਹਾਂ, ਜਿਹੜੇ ਤੇਰੇ ਦਾਸ ਨੇ, ਜਿਹੜੇ ਤੇਰੇ ਸੇਵਕ ਬਣੇ ਨੇ, ਨਾਮ ਜਪਣ ਵਾਲੇ ਗੁਰਮੁਖ, ਉਹਨਾਂ ਦੇ ਚਰਨ ਅਸੀਂ ਆਪਣੇ ਕੇਸਾਂ ਨਾਲ ਝਾੜ ਕੇ ਆਪਣੇ ਆਪ ਨੂੰ ਸਫਲਾ ਕਰ ਲਈਏ। ਐਸੀ ਸਾਡੇ ਤੇ ਦਾਤ ਪ੍ਰਾਪਤ ਹੋਵੇ। ਠਾਕੁਰ ਤੁਝ ਬਿਨ ਬੀਆ ਨ ਹੋਰ। ਐ ਠਾਕੁਰ ਪ੍ਰਮਾਤਮਾ, ਤੇਰੇ ਬਿਨਾ ਕੋਈ ਦੂਜਾ ਹੈ ਹੀ ਨਹੀਂ। ਬੀਆ ਨਾਮ ਦੂਜੇ ਦਾ ਹੈ, ਕੋਈ ਦੂਜਾ ਹੈ ਹੀ ਨਹੀਂ ਜਿਹਦੇ ਕੋਲ ਹੋਰ ਜਾ ਕੇ ਅਸੀਂ ਪ੍ਰਾਰਥਨਾ ਕਰੀਏ, ਬੇਨਤੀ ਕਰੀਏ, ਕੋਈ ਹੈ ਨਹੀਂ ਹੈ। ਚਿਤ ਚਿਤਵੋ ਰਸ ਨਿਆਰਾਧੋ, ਨਿਰਖੋ ਤੁਮਰੀ ਓਰ। ਅਸੀਂ ਆਪਣੇ ਚਿੱਤ ਦੇ ਵਿੱਚ ਤੁਹਾਨੂੰ ਚਿਤਵਦੇ ਹਾਂ। ਸਾਡਾ ਚਿੱਤ ਜਿਹੜਾ ਹੈ ਨਾ, ਅਸੀਂ ਸੰਸਾਰੀ ਲੋਕ ਹਾਂ, ਸਾਡਾ ਚਿੱਤ ਤੇ ਪਰਿਵਾਰ ਨੂੰ ਚਿਤਵਦਾ ਹੈ, ਪਰਿਵਾਰ ਬਾਰੇ ਸੋਚਦਾ ਹੈ, ਪਰਿਵਾਰ ਨੂੰ ਅਸੀਂ ਯਾਦ ਕਰਦੇ ਹਾਂ। ਪਰਿਵਾਰ ਤੋਂ ਥੋੜ੍ਹਾ ਜਿਹਾ ਅੱਗੇ ਲੰਘੇ ਤੇ ਫਿਰ ਦੁਨੀਆ ਦੇ ਪਦਾਰਥਾਂ ਨੂੰ ਮਨ ਵਿੱਚ ਯਾਦ ਕਰਦੇ ਹਾਂ।
ਜੇ ਪਰਿਵਾਰ ਤੋਂ ਥੋੜ੍ਹਾ ਜਿਹਾ ਅੱਗੇ ਲੰਘਾਂਗੇ ਤੇ ਫਿਰ ਸਾਨੂੰ ਸਵਰਗਾਂ ਦੇ ਸੁੱਖ ਚੇਤੇ ਆ ਜਾਣਗੇ ਵੀ ਸਵਰਗਾਂ ਦੇ ਸੁੱਖ ਮੈਨੂੰ ਮਿਲ ਜਾਣ। ਅਸੀਂ ਸੰਸਾਰੀ ਲੋਕ ਹਾਂ, ਆਪਣੇ ਚਿੱਤ ਦੇ ਵਿੱਚ ਸੰਸਾਰੀ ਪਦਾਰਥਾਂ ਨੂੰ ਹੀ ਲੋਚਦੇ ਹਾਂ, ਸੋਚਦੇ ਹਾਂ। ਪਰ ਮਹਾਰਾਜ ਕਹਿਣ ਲੱਗੇ ਜਿਹੜੇ ਗੁਰਮੁਖ ਨੇ ਨਾ, ਚਿੱਤ ਚਿਤਵੋ, ਉਹ ਆਪਣੇ ਚਿੱਤ ਦੇ ਵਿੱਚ ਵੀ ਹਰੀ ਪਰਮਾਤਮਾ ਤੈਨੂੰ ਹੀ ਸੋਚਦੇ ਨੇ, ਤੈਨੂੰ ਹੀ ਚਿਤਵਦੇ ਪਏ, ਤੈਨੂੰ ਹੀ ਯਾਦ ਕਰਦੇ ਪਏ, ਚਿੱਤ ਕਰਕੇ ਮਨ ਕਰਕੇ ਬੈਠੇ ਹੋਏ ਨੇ ਔਰ ਮਨ ਕਰਕੇ ਤੈਨੂੰ ਯਾਦ ਕਰਦੇ ਪਏ। ਦੂਜਾ ਬਚਨ ਹੈ ਹਰ ਰਸਨ ਅਰਾਧੋ, ਰਸਨਾ ਦੇ ਨਾਲ ਉਹ ਰਾਧਨਾ ਵੀ ਤੇਰੀ ਕਰਦੇ ਨੇ। ਜੇ ਉਹਨਾਂ ਦੇ ਚਿੱਤ ਵਿੱਚ ਵਾਹਿਗੁਰੂ ਚੱਲਦਾ, ਉਹਨਾਂ ਦੀ ਜ਼ੁਬਾਨ ਤੇ ਵੀ ਵਾਹਿਗੁਰੂ ਚੱਲਦਾ ਹੈ। ਨੇਤਰੀ ਸਤਿਗੁਰ ਪੇਖਣਾ, ਸ਼ਰਵਣੀ ਸੁਨਣਾ ਗੁਰ ਨਾਉ, ਅੰਤਰ ਗੁਰਿਆ ਆਰਾਧਨਾ ਜਿਹਵਾ ਜਪ ਗੁਰ ਨਾਉ। ਨੇਤਰੀ ਸਤਿਗੁਰ ਪੇਖਣਾ, ਸ਼ਰਵਣੀ ਸੁਨਣਾ ਗੁਰ ਨਾਉ, ਸਤਿਗੁਰ ਸੇਤੀ ਰਤਿਆ ਦਰਗਹਿ ਹੈ ਪਾਈਐ ਠਾਓ। ਇਹ ਬਚਨ ਨੇ ਮਹਾਰਾਜ ਸਾਹਿਬ ਜੀਆਂ ਦੇ। ਕਹਿਣ ਲੱਗੇ ਗੁਰਮੁਖ ਜਿਹੜੇ ਨੇ ਉਹ ਆਪਣੀ ਰਸਨਾ ਦੇ ਨਾਲ ਵੀ ਤੈਨੂੰ ਆਰਾਧਦੇ ਨੇ ਔਰ ਨਿਰਖੋ ਤੁਮਰੀ ਓਰ, ਵੇਖਦੇ ਵੀ ਕੇਵਲ ਤੁਹਾਡੇ ਵਾਲੇ ਪਾਸੇ ਹੀ ਨੇ, ਦੂਜੇ ਪਾਸੇ ਵੇਖਦੇ ਹੀ ਨਹੀਂ, ਦੁਨੀਆ ਦੇ ਪਾਸੇ ਵੱਲ ਤੇ ਵੇਖਦੇ ਹੀ ਨਹੀਂ ਪਰਮਾਤਮਾ, ਉਹ ਕੇਵਲ ਤੇਰਾ ਪਾਸਾ ਵੇਖਦੇ ਨੇ। ਜਿਹੜੇ ਗੁਰਮੁਖ ਨੇ ਵੇਖਦੇ ਵੀ ਨੇਤਰਾਂ ਦੇ ਨਾਲ ਤੈਨੂੰ ਨੇ, ਜਪਦੇ ਵੀ ਜ਼ੁਬਾਨ ਦੇ ਨਾਲ ਤੈਨੂੰ ਨੇ ਔਰ ਮਨ ਦੇ ਵਿੱਚ ਸੋਚਦੇ ਚਿੰਤਨ ਜਿਹੜਾ ਕਰਦੇ ਪਏ, ਯਾਦ ਕਰਦੇ ਪਏ, ਉਹ ਤੈਨੂੰ ਹੀ ਕਰਦੇ ਪਏ। ਐਸੀ ਉਹਨਾਂ ਗੁਰਮੁਖਾਂ ਦੀ ਅਵਸਥਾ ਬਣੀ ਹੈ। ਰਹਾਉ ਦਇਆਲ ਪੁਰਖ ਸਰਬ ਕੇ ਠਾਕੁਰ, ਬਿਨੋ ਕਰੋ ਕਰ ਜੋਰ। ਇਹ ਦਿਆਲੂ ਸਾਰਿਆਂ ਤੇ ਦਇਆ ਕਰਨ ਵਾਲੇ। ਸਾਡੀ ਦਇਆ ਸਾਡੇ ਪਰਿਵਾਰ ਤੇ, ਅਸੀਂ ਆਪਣੇ ਕਿਸੇ ਅੰਗ ਸਾਕ ਨੂੰ ਦੁਖੀ ਵੇਖਾਂਗੇ ਤੇ ਸਾਡੇ ਮਨ ਵਿੱਚ ਆਏਗਾ ਵੀ ਇਹਦੀ ਮਦਦ ਕਰੀਏ। ਅਸੀਂ ਆਪਣੇ ਦਾ ਦੁੱਖ ਵੇਖ ਕੇ ਦਿਆਲੂ ਹੁੰਦੇ ਹਾਂ, ਰੋਂਦੇ ਹਾਂ, ਦੁੱਖ ਮਨਾਉਂਦੇ ਹਾਂ ਵੀ ਇਹ ਸਾਡਾ ਹੈ। ਪਰ ਸਾਨੂੰ ਕੁੱਲ ਲੁਕਾਈ ਦਾ ਕੋਈ ਫਿਕਰ ਨਹੀਂ ਹੈ, ਜਿੱਥੇ ਜੋ ਮਰਜ਼ੀ ਹੋ ਜਾਵੇ ਸਾਨੂੰ ਕੋਈ ਫਿਕਰ ਨਹੀਂ। ਉਹਨਾਂ ਤੇ ਸਾਨੂੰ ਦਇਆ ਨਹੀਂ ਆਈ ਹੈ। ਸਾਡੀ ਦਇਆ ਜਿਹੜੀ ਹੈ ਉਹ ਮੋਹ ਦੇ ਵੱਸ ਹੈ। ਜਿੱਥੇ ਸਾਡਾ ਮੋਹ ਹੈ ਉੱਥੇ ਸਾਡੀ ਦਇਆ ਹੈ, ਤੇ ਮੋਹ ਸਾਡੀ ਪਰਿਵਾਰ ਨਾਲ ਹੀ ਹੈ, ਤੇ ਦਇਆ ਵੀ ਪਰਿਵਾਰ ਤੇ ਹੈ, ਬਾਕੀ ਜੀਵਾਂ ਤੇ ਨਹੀਂ। ਪਰ ਮਹਾਰਾਜ ਨੇ ਇੱਥੇ ਬਚਨ ਲਿਖਿਆ, ਉਹ ਜਿਹੜਾ ਪਰਮਾਤਮਾ ਉਹ ਦਿਆਲੂ ਇਹੋ ਜਿਹਾ ਹੈ, ਉਹ ਤਮਾਮ ਜੀਵਾਂ ਤੇ ਦਇਆ ਕਰਦਾ ਹੈ, ਪਸ਼ੂ ਪੰਛੀਆਂ ਤੇ ਵੀ ਉਹ ਦਇਆ ਕਰਨ ਵਾਲਾ ਹੈ। ਦਿਆਲ ਪੁਰਖ ਅਤੇ ਸਾਰਿਆਂ ਦਾ ਉਹ ਠਾਕੁਰ ਮਾਲਕ ਹੈ। ਬਿਨੋ ਕਰੋ ਕਰ ਜੋਰ, ਅਸੀਂ ਤੁਹਾਡੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਇਹ ਬੇਨਤੀ ਕਰਦੇ ਹਾਂ। ਨਾਮ ਜਪੈ ਨਾਨਕ ਦਾਸ ਤੁਮਰੋ, ਉਦਰਸ ਆਖੀ ਫੋਰ। ਸਾਨੂੰ ਆਪਣੇ ਚਰਨਾਂ ਦਾ ਦਾਸ ਬਣਾ ਕੇ ਤੇ ਨਾਮ ਜਪਣ ਦੀ ਸਮਰੱਥਾ ਬਖਸ਼ਿਸ਼ ਕਰੋ। ਅਤੇ ਨਾਮ ਜਪੈ ਨਾਨਕ ਦਾਸ ਤੁਮਰੋ, ਅਸੀਂ ਦਾਸ ਬਣ ਕੇ ਤੁਹਾਡੇ ਨਾਮ ਨੂੰ ਜਪੀਏ। ਜਦੋਂ ਬੇਨਤੀ ਕੀਤੀ ਨਾ ਵੀ ਐ ਦਿਆਲੂ ਪਰਮਾਤਮਾ, ਤੁਸੀਂ ਸਾਰਿਆਂ ਨੂੰ ਪਾਲਣ ਵਾਲੇ ਹੋ, ਸਾਰਿਆਂ ਦੇ ਠਾਕੁਰ ਮਾਲਕ ਹੋ, ਤੇ ਪਰਮਾਤਮਾ ਨੇ ਆਖਿਆ ਦੱਸ ਫਿਰ ਕੀ ਚਾਹੀਦਾ ਹੈ, ਜਾਂ ਗੁਰੂ ਨੇ ਆਖਿਆ ਦੱਸ ਸਿੱਖਾ ਕੀ ਚਾਹੀਦਾ, ਕੀ ਦਈਏ। ਤੇ ਮਹਾਰਾਜ ਫਿਰ ਕਹਿਣ ਲੱਗੇ ਬੇਨਤੀ ਇਸ ਤਰ੍ਹਾਂ ਕਰਿਆ ਕਰ, ਨਾਮ ਜਪੈ ਨਾਨਕ ਦਾਸ ਤੁਮਰੋ। ਜੇ ਦੇਣ ਲੱਗੇ ਹੋ ਤੇ ਕਿਰਪਾ ਕਰਕੇ ਇਹ ਦਿਓ ਵੀ ਮੈਂ ਤੁਹਾਡਾ ਦਾਸ ਬਣ ਕੇ ਨਾਮ ਨੂੰ ਜਪ ਸਕਾਂ। ਤੇ ਨਾਮ ਕੀ ਹੈ? ਵਾਹਿਗੁਰੂ ਮੰਤਰ, ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰ ਸਕਾਂ। ਮੈਨੂੰ ਇਹੋ ਜਿਹਾ ਦਾਸ ਬਣਾ ਲਓ। ਔਰ ਜਦੋਂ ਦਾਸ ਬਣ ਗਏ ਤੇ ਉਦਰਸ ਆਖੀ ਫੋਰ, ਪਰਮਾਤਮਾ ਨੇ ਜਦੋਂ ਉਧਾਰ ਕਰਨਾ ਹੈ, ਅੱਖ ਖੋਲ੍ਹਣ ਤੇ ਮੀਟਣ ਦੇ ਸਮੇਂ ਵਿੱਚ ਹੀ ਕਰ ਦੇਣਾ ਹੈ। ਜਦੋਂ ਉਧਾਰ ਕਰਨ ਤੇ ਆ ਗਿਆ, ਦਇਆ ਕਰਨ ਤੇ ਆ ਗਿਆ, ਤੇ ਦਇਆ ਉਹਦੀ ਇੰਨੇ ਸਮੇਂ ਵਿੱਚ ਹੋ ਜਾਣੀ ਹੈ, ਇੰਨੇ ਛਿਣ ਦੇ ਵਿੱਚ ਹੀ ਉਸਨੇ ਮੁਆਫ ਕਰ ਦੇਣਾ ਹੈ, ਬਖਸ਼ ਲੈਣਾ ਹੈ। ਐਸੀ ਕਿਰਪਾ ਕਰੋ। ਗੋਜਰੀ ਮਹੱਲਾ ਪੰਜਵਾ। ਬ੍ਰਹਮ ਲੋਕ ਅਰ ਰੁਦਰ ਲੋਕ, ਆਈ ਇੰਦਰ ਲੋਕ ਤੇ ਧਾਏ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਪੁੱਛਿਆ, ਮਹਾਰਾਜ ਮਾਇਆ ਦਾ ਕਿੰਨਾ ਕੁ ਜ਼ੋਰ ਹੈ? ਪਿੱਛੇ ਆਪਾਂ ਸ਼ਬਦ ਸਰਵਣ ਕੀਤੇ ਸੀ, ਪਰਿਵਾਰ ਦਾ ਕਿੰਨਾ ਕੁ ਜ਼ੋਰ ਹੈ? ਉੱਥੇ ਮਹਾਰਾਜ ਨੇ ਲਿਖਿਆ ਵੀ ਨਹੀਂ, ਪਰਿਵਾਰ ਦਾ ਕੋਈ ਜ਼ੋਰ ਨਹੀਂ ਹੈ। ਇੱਥੇ ਮਹਾਰਾਜ ਨੂੰ ਪੁੱਛਿਆ, ਮਹਾਰਾਜ ਮਾਇਆ ਦਾ ਕਿੰਨਾ ਕੁ ਬਲ ਹੈ, ਕਿੰਨੇ ਕੁ ਜ਼ੋਰ ਵਾਲੀ ਹੈ? ਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਇਹ ਸ਼ਬਦ ਬਖਸ਼ਿਸ਼ ਕਰਦਿਆਂ ਹੋਇਆਂ ਕਹਿਣ ਲੱਗੇ, ਬ੍ਰਹਮ ਲੋਕ, ਮਾਇਆ ਦਾ ਜ਼ੋਰ ਤੇ ਬ੍ਰਹਮ ਲੋਕ ਤੇ ਵੀ ਪੈਂਦਾ ਹੈ। ਮਾਇਆ ਦਾ ਬਲ ਬ੍ਰਹਮਾ ਵਰਗਿਆਂ ਦੇ ਉੱਪਰ ਵੀ ਪਿਆ ਹੋਇਆ, ਉਹ ਵੀ ਉਹਦੇ ਥੱਲੇ ਕੰਮ ਕਰਦੇ ਪਏ, ਉਹਦੇ ਹੁਕਮ ਦੇ ਵਿੱਚ ਚੱਲਦੇ ਪਏ। ਮਾਇਆ ਨੇ ਆਪਣਾ ਜਾਲ ਬ੍ਰਹਮਾ ਤੇ ਪਾਇਆ ਹੋਇਆ, ਕਦੇ ਉਸ ਨੂੰ ਕਾਮੀ ਬਣਾ ਦਿੰਦੀ ਹੈ, ਕਦੇ ਉਸ ਨੂੰ ਕ੍ਰੋਧੀ ਬਣਾ ਦਿੰਦੀ ਹੈ,
ਕਦੇ ਉਸ ਦੀ ਅਵਸਥਾ ਕਿਸ ਤਰ੍ਹਾਂ ਦੀ ਕਰ ਦਿੰਦੀ ਹੈ। ਇਹ ਮਾਇਆ ਦਾ ਇੰਨਾ ਜ਼ੋਰ ਹੈ। ਗੁਰੂ ਕਿਹਾ ਸਿੱਖਾ ਵੀ ਬਰਮਾ ਵਰਗਿਆਂ ਦੇ ਉੱਪਰ ਵੀ ਆਪਣਾ ਪ੍ਰਭਾਵ ਪਾ ਕੇ ਬੈਠੀ ਹੈ। ਦੂਜਾ ਬਚਨ ਮਹਾਰਾਜ ਜੀਆਂ ਨੇ ਲਿਖਿਆ ਹੈ ਆਰ ਰੁਦਰ ਲੋਕ। ਰੁਦਰ ਕਿਹਾ ਜਾਂਦਾ ਸ਼ਿਵ ਜੀ ਨੂੰ, ਜਿਹੜਾ ਕੈਲਾਸ਼ ਪਰਬਤ ਤੇ ਬੈਠਾ ਰਹਿੰਦਾ ਹੈ। ਕਹਿਣ ਲੱਗੇ ਸ਼ਿਵ ਜੀ ਦੇ ਉੱਪਰ ਵੀ ਬੜਾ ਜ਼ੋਰ ਪਾ ਕੇ ਮਾਇਆ ਬੈਠੀ ਹੈ ਕਿ ਜਿਸ ਨੂੰ ਮੋਹਣੀ ਰੂਪ ਵਿਖਾ ਕੇ ਬੜਾ ਭੜਕਾਉਂਦੀ ਹੈ ਅਤੇ ਬੜੀਆਂ ਥਾਵਾਂ ਤੇ ਬਦਨਾਮੀ ਵੀ ਕਰਾਉਂਦੀ ਹੈ। ਕਹਿਣ ਲੱਗੇ ਸ਼ਿਵ ਜੀ ਦੇ ਉੱਪਰ ਵੀ ਡਾਢਾ ਪ੍ਰਕੋਪ ਹੈ ਇਸ ਮਾਇਆ ਦਾ, ਉਹਦੇ ਉੱਪਰ ਵੀ ਜਾਲ ਪਾ ਕੇ ਬੈਠੀ ਹੋਈ ਹੈ। ਔਰ ਆਈ ਇੰਦਰ ਲੋਕ ਤੇ ਧਾਏ, ਜਿਹੜਾ ਸਵਰਗਾਂ ਦਾ ਰਾਜਾ ਇੰਦਰ ਹੈ ਉਹਦੇ ਉੱਪਰ ਵੀ ਇਸ ਦਾ ਜ਼ੋਰ ਹੈ। ਮਾਇਆ ਨੇ ਇਹੋ ਜਿਹਾ ਛਲਿਆ ਇੰਦਰ ਦੇਵਤੇ ਨੂੰ ਕਿ ਕਹਿਣ ਲੱਗੇ ਕਾਮ ਦਾ ਵਸ ਹੋਇਆ ਗੌਤਮ ਰਿਸ਼ੀ ਦੇ ਘਰ ਵਿੱਚ ਪਹੁੰਚ ਗਿਆ, ਜਾ ਕੇ ਕੁਕਰਮ ਕਰਦਾ ਪਿਆ ਔਰ ਸਰਾਫ ਲੈ ਕੇ ਬੈਠਾ ਹੋਇਆ ਹੈ। ਸਹੰਸਰਦਾਨ ਦੇ ਇੰਦਰ ਰਵਾਇਆ, ਪਰਸਰਾਮ ਰੋਵੈ ਕਰ ਆਇਆ। ਇਹ ਗੁਰੂ ਨਾਨਕ ਸਾਹਿਬ ਜੀਆਂ ਦੇ ਬਚਨ ਨੇ। ਇੰਦਰ ਵਰਗਿਆਂ ਤੇ ਵੀ ਇਹੋ ਜਿਹਾ ਜ਼ੋਰ ਪਾਇਆ ਕਿ ਉਹ ਵੀ ਰੋਂਦੇ ਪਏ ਵੀ ਇਹ ਅਸੀਂ ਕੀ ਕਰ ਬੈਠੇ ਹਾਂ। ਮਾਇਆ ਨੇ ਇਹੋ ਜਿਹੇ ਪਾਪ ਉਹਨਾਂ ਕੋਲੋਂ ਕਰਵਾ ਛੱਡੇ, ਇਹਨਾਂ ਲੋਕਾਂ ਨੂੰ ਸਾੜ ਕੇ। ਤੇ ਪਾਤਸ਼ਾਹ ਕਹਿਣ ਲੱਗੇ ਲੋਕ ਤੇ ਧਾਏ। ਇਹ ਮਾਇਆ ਦੌੜ ਕੇ ਉੱਥੋਂ ਆ ਕੇ ਹੁਣ ਸੰਸਾਰ ਦੇ ਲੋਕਾਂ ਨੂੰ ਚਿਮੜੀ ਹੋਈ ਹੈ। ਸਾਧ ਸੰਗਤ ਕੋ ਜੋਹੇ ਨਾ ਸਕੈ, ਮਲ ਮਲ ਧੋਵੈ ਪਾਏ। ਮਹਾਰਾਜ ਜੀਆਂ ਨੂੰ ਪੁੱਛਿਆ ਮਹਾਰਾਜ ਇੰਨੀ ਬਲ ਵਾਲੀ ਮਾਇਆ, ਜਿਨੇ ਬਰਮਾ ਨਹੀਂ ਛੱਡਿਆ, ਸ਼ਿਵ ਜੀ ਨਹੀਂ ਛੱਡਿਆ, ਇੰਦਰ ਨਹੀਂ ਛੱਡਿਆ, ਤੇ ਫਿਰ ਅਸੀਂ ਕਿਹਦੇ ਪਾਣੀ ਹਾਰ ਆ, ਸਾਡਾ ਕੀ ਬਣੇਗਾ। ਤੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿਣ ਲੱਗੇ ਸਾਧ ਸੰਗ ਕੋ ਜੋਹੇ ਨਾ ਸਕੈ। ਗੁਰਮੁਖਾ ਸਤ ਸੰਗਤ ਵੱਲ ਤੇ ਮਾਇਆ ਵੇਖ ਨਹੀਂ ਸਕਦੀ, ਜ਼ੋਰ ਪਾਉਣਾ ਤੇ ਦੂਰ ਦੀ ਗੱਲ ਹੈ। ਸਾਧ ਸੰਗਤ ਵੱਲ ਤੇ ਅੱਖ ਚੁੱਕ ਕੇ ਮਾਇਆ ਵੇਖ ਨਹੀਂ ਸਕਦੀ ਹੈ। ਸਾਧ ਸੰਗਤ ਦਾ ਇੰਨਾ ਪ੍ਰਤਾਪ ਹੈ। ਇੰਨਾ ਪ੍ਰਤਾਪ ਕਿਵੇਂ ਬਣ ਗਿਆ? ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਪਰਮੇਸ਼ਰ ਸੰਗਤ ਵਿੱਚ ਬੈਠਾ ਹੋਇਆ ਹੈ। ਫਿਰ ਮਾਇਆ ਦੀ ਕੀ ਹਿੰਮਤ ਹੈ ਵੀ ਸੰਗਤ ਵੱਲ ਵੇਖ ਲਵੇ। ਜਿਸ ਮਾਇਆ ਨੇ ਬ੍ਰਹਮਾ ਸ਼ਿਵ ਜੀ ਵਰਗੇ ਠੱਗ ਲਏ ਨੇ, ਉਹਨਾਂ ਨੂੰ ਆਪਣੇ ਵਿੱਚ ਲਾ ਕੇ ਕਮਲਾ ਕਰ ਛੱਡਿਆ। ਮਹਾਰਾਜ ਕਹਿਣ ਲੱਗੇ ਸਾਧ ਸੰਗ ਕੋ ਜੋਹੇ ਨਾ ਸਕੈ। ਸਾਧ ਸੰਗਤ ਵੱਲ ਤੇ ਵੇਖ ਨਹੀਂ ਸਕਦੀ ਆ। ਤੇ ਅਗਲਾ ਬਚਨ ਕੀਤਾ ਮਲ ਮਲ ਧੋਵੈ ਪਾਏ। ਸੰਗਤ ਦੇ ਚਰਨਾਂ ਨੂੰ ਮਲ ਮਲ ਕੇ ਧੋਂਦੀ ਹੈ ਕਿ ਸੰਗਤ ਮੈਨੂੰ ਬਖਸ਼ਾ ਦੇਵੇ, ਮੈਨੂੰ ਮਾਫ ਕਰਵਾ ਦੇਵੇ। ਇਸ ਤਰ੍ਹਾਂ ਸੇਵਾ ਕਰਦੀ ਹੈ। ਅਬ ਮੋਹਿ ਆਏ ਪਰਿਓ ਸਰਣਾਏ। ਇਸ ਕਰਕੇ ਮੈਂ ਵੀ ਹੁਣ ਸਾਧ ਸੰਗਤ ਦੀ ਸ਼ਰਨ ਵਿੱਚ ਆ ਕੇ ਪੈ ਗਿਆ ਹਾਂ, ਜੇ ਸੰਗਤ ਦੀ ਏਡੀ ਵੱਡੀ ਮਹਿਮਾ ਹੈ। ਗੋਜ ਪਾਪ ਕੋ ਬਹੁਤ ਪ੍ਰਜਾਰੈ, ਮੋਕੋ ਸਤਿਗੁਰ ਦਿਓ ਹੈ ਬਤਾਏ। ਇਹ ਜਿਹੜੀ ਮਾਇਆ ਹੈ ਨਾ, ਗੋਜ ਪਾਪ ਕੋ ਛੁਪੀ ਹੋਈ ਅੱਗ ਹੈ। ਇੱਕ ਅੱਗ ਸਾਡੇ ਸਾਹਮਣੇ ਬਲਦੀ ਹੈ ਨਾ, ਸਾਨੂੰ ਪਤਾ ਵੀ ਜੇ ਇਹਨੂੰ ਵਸ ਨਾ ਕੀਤਾ, ਕੰਟਰੋਲ ਨਾ ਕੀਤਾ ਤੇ ਨੁਕਸਾਨ ਕਰੇਗੀ। ਇਹ ਜਿਹੜੀ ਮਾਇਆ ਦੀ ਅੱਗ ਹੈ ਨਾ, ਬਲਦੀ ਤੇ ਇਹ ਵੀ ਪਈ ਹੈ ਭਾਂਬੜ, ਪਰ ਇਹ ਗੁਪਤ ਰੂਪ ਦੇ ਵਿੱਚ ਹੈ, ਦਿਸਦੀ ਨਹੀਂ ਹੈ ਕਿਸੇ ਨੂੰ ਮਾਇਆ। ਜੇ ਪਤਾ ਲੱਗ ਜਾਵੇ ਤੇ ਬੰਦਾ ਬਚ ਜਾਵੇ। ਮਾਇਆ ਦਿਸਦੀ ਨਹੀਂ। ਜਦੋਂ ਬੰਦਾ ਕਰਤੂਤ ਕਰ ਬੈਠਦਾ, ਮਗਰੋਂ ਪਤਾ ਲੱਗਦਾ ਵੀ ਇਹ ਮੇਰੇ ਕੋਲੋਂ ਗਲਤ ਹੋ ਗਿਆ। ਪਾਤਸ਼ਾਹ ਕਹਿਣ ਲੱਗੇ ਗੋਹਜ ਪਾਪ ਕੋ ਬਹੁਤ ਪ੍ਰਜਾਰੈ। ਇਹ ਮਾਇਆ ਰੂਪੀ ਅੱਗ ਗੁਪਤ ਹੋ ਕੇ ਬਲਦੀ ਹੈ ਅਤੇ ਇੰਨਾ ਇਸ ਦਾ ਪ੍ਰਭਾਵ ਹੈ, ਬੜਿਆਂ ਨੂੰ ਇਸਨੇ ਸਾੜ ਛੱਡਿਆ ਹੈ। ਪਰ ਮੋਕੋ ਸਤਿਗੁਰ ਦਿਓ ਹੈ ਬਤਾਏ। ਮੈਨੂੰ ਗੁਰੂ ਨੇ ਭੇਦ ਸਮਝਾ ਦਿੱਤਾ ਵੀ ਇਹ ਮਾਇਆ ਭਾਈ ਐਸੀ ਹੈ, ਇਸ ਤਰ੍ਹਾਂ ਦੁੱਖ ਦਿੰਦੀ ਹੈ, ਇਸ ਤਰ੍ਹਾਂ ਠੱਗ ਲੈਂਦੀ ਹੈ। ਇਹ ਮੈਨੂੰ ਸੋਝੀ ਗੁਰੂ ਨੇ ਬਖਸ਼ਿਸ਼ ਕੀਤੀ ਹੈ। ਰਹਾਉ ਸਿੱਧ ਸਾਧਿਕ ਅਰ ਜਖ ਕਿੰਨਰ, ਨਰ ਰਹੀ ਕੰਠੁਰ ਜਾਏ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਸ ਮਾਇਆ ਨੇ ਜਿਹੜੇ 84 ਸਿੱਧ ਸਨ, ਮਛੰਦਰਨਾਥ ਵਰਗੇ, ਗੋਪੀਨਾਥ ਵਰਗੇ, ਚਰਪਟਨਾਥ ਵਰਗੇ, ਉਹਨਾਂ ਸਿੱਧਾਂ ਨੂੰ ਵੀ ਨਹੀਂ ਛੱਡਿਆ ਹੈ। ਕਿਤੇ ਨਾ ਕਿਤੇ ਉਹਨਾਂ ਨੂੰ ਵੀ ਚਿਮੜੀ ਹੋਈ ਹੈ, ਉਹਨਾਂ ਨੂੰ ਵੀ ਠੱਗ ਕੇ ਬੈਠੀ ਹੋਈ ਹੈ। ਸਾਧਕ ਜਿਹੜੇ ਸਾਧਨਾ ਕਰਨ ਵਾਲੇ, ਕੋਈ ਜੰਗਲ ਵਿੱਚ ਬੈਠਾ ਹੈ, ਕੋਈ ਪਹਾੜ ਵਿੱਚ ਜਾ ਕੇ ਬੈਠਾ ਹੈ, ਕੋਈ ਪਾਣੀ ਵਿੱਚ ਜਾ ਕੇ ਬੈਠਾ ਹੋਇਆ ਹੈ। ਕਹਿਣ ਲੱਗੇ ਸਾਧਕਾਂ ਨੂੰ ਵੀ ਇਸ ਮਾਇਆ ਨੇ ਬਖਸ਼ਿਆ ਕੋਈ ਨਹੀਂ ਹੈ। ਆਰ ਜਖ ਇੱਕ ਪ੍ਰਜਾਤੀ ਹੈ। ਕੁਬੇਰ, ਜਿਵੇਂ ਆਪਾਂ ਕਹਿ ਦਿੰਦੇ ਹਾਂ ਵੀ ਸਵਰਗਾਂ ਦਾ ਜਾਂ ਦੇਵਤਿਆਂ ਦਾ ਖਜ਼ਾਨਾ ਮੰਤਰੀ, ਖਜ਼ਾਨਾ ਸਾਂਭਣ ਵਾਲਾ ਕੁਬੇਰ ਹੈ। ਕੁਬੇਰ ਦੀ ਨਸਲ ਵਿੱਚੋਂ ਜਖ ਜਿਹੜੇ ਨੇ, ਉਹਨਾਂ ਦੇ ਉੱਪਰ ਵੀ ਇਸ ਦਾ ਜ਼ੋਰ ਪਿਆ ਹੋਇਆ ਹੈ। ਤੇ ਕਿੰਨਰ ਜਿਹੜੇ ਗਾਉਣ ਵਾਲੇ ਨੇ, ਨਾਚ ਕਰਨ ਵਾਲੇ,
ਸਵਰਗਾਂ ਦੇ ਵਿੱਚ ਦੇਵਤਿਆਂ ਦੀ ਸਭਾ ਵਿੱਚ ਜਿਹੜੇ ਨੱਚਦੇ ਨੇ, ਨਿਰਤਕਾਰੀ ਕਰਦੇ, ਉਹਨਾਂ ਨੂੰ ਕਿੰਨਰ ਆਖਿਆ ਜਾਂਦਾ। ਕਹਿਣ ਲੱਗੇ ਭਾਈ ਕਿੰਨਰਾਂ ਦੇ ਉੱਪਰ ਵੀ ਇਹਦਾ ਬੜਾ ਪ੍ਰਭਾਵ ਪਿਆ ਹੋਇਆ। ਨਰ ਰਹੀ ਕੰਠ ਉਰਝਾਏ, ਮਨੁੱਖਾਂ ਦੇ ਗਲ ਵੀ ਲੱਗੀ ਹੋਈ ਹੈ, ਮਨੁੱਖਾਂ ਨੂੰ ਵੀ ਚਿੰਬੜੀ ਹੋਈ ਹੈ, ਦੇਵਤਿਆਂ ਨੂੰ ਵੀ ਚਿੰਬੜੀ ਹੋਈ ਹੈ, ਗਾਉਣ ਵਾਲਿਆਂ ਨੂੰ ਵੀ ਚਿੰਬੜੀ ਬੈਠੀ ਹੈ, ਜਿਹੜੇ ਖਜ਼ਾਨੇ ਦੇ ਮੰਤਰੀ ਨੇ ਉਹਨਾਂ ਨੂੰ ਵੀ ਚਿੰਬੜੀ ਬੈਠੀ ਹੈ, ਵੱਡੇ ਵੱਡੇ ਜਟਾਧਾਰੀ ਸਾਧਾਂ ਨੂੰ ਵੀ ਚਿੰਬੜੀ ਹੋਈ ਹੈ, ਅਤੇ ਜਿਹੜੇ ਸਾਧਕ ਨੇ ਉਹਨਾਂ ਨੂੰ ਵੀ ਲੱਗੀ ਹੋਈ ਹੈ। ਜਨ ਨਾਨਕ ਅੰਗ ਕੀਆ ਪ੍ਰਭ ਕਰਤੈ, ਜਾ ਕੈ ਕੋਟ ਵੈਸੀ ਦਾਸਾਏ। ਜਿਸ ਦਾ ਪੱਖ ਗੁਰੂ ਨੇ ਕਰ ਲਿਆ। ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿਣ ਲੱਗੇ ਜਾ ਕਾ ਅੰਗ ਕਰੈ ਮੇਰਾ ਸਤਿਗੁਰ। ਜਿਸ ਦਾ ਅੰਗ ਗੁਰੂ ਕਰਦਾ, ਅੰਗ ਤੋਂ ਭਾਵ ਹੁੰਦਾ ਪੱਖ, ਜਿਸ ਦਾ ਪੱਖ ਗੁਰੂ ਕਰੇ, ਜਿਸ ਦੀ ਸਹਾਇਤਾ ਗੁਰੂ ਕਰੇ, ਜਿਹਦੇ ਉੱਪਰ ਬਖਸ਼ਿਸ਼ ਗੁਰੂ ਕਰੇ। ਤੇ ਮਹਾਰਾਜ ਕਹਿਣ ਲੱਗੇ ਕੋਟ ਐਸੀ ਦਾਸ ਆਏ, ਐਸੀਆਂ ਮਾਇਆ ਵਰਗੀਆਂ ਕਰੋੜਾਂ ਦਾਸੀਆਂ ਉਸ ਗੁਰਸਿੱਖ ਦੀ ਸੇਵਾ ਕਰਦੀਆਂ। ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ ਇਹੋ ਜੀਆਂ ਕਰੋੜ ਦਾਸੀਆਂ ਜਿਹੜੀਆਂ ਨੇ ਉਹ ਪਰਮੇਸ਼ਰ ਦੇ ਦਰ ਵਿੱਚ ਸੇਵਾ 'ਤੇ ਲੱਗੀਆਂ ਹੋਈਆਂ। ਕੋਟ ਦੁਰਗਾ ਜਾ ਕੇ ਮਰਦਨ ਕਰੈ, ਬਾਣੀ ਦਾ ਬਚਨ ਆਪਾਂ ਪੜ੍ਹਦੇ ਹਾਂ। ਇਸੇ ਤਰ੍ਹਾਂ ਜਿਹੜੇ ਨਾਮ ਜਪਣ ਵਾਲੇ ਗੁਰਮੁਖ ਨੇ ਉਹਨਾਂ ਦੇ ਚਰਨਾਂ ਦੀ ਸ਼ਰਨ ਗ੍ਰਹਿਣ ਕਰਨ ਵਾਸਤੇ ਮਾਇਆ ਜਿਹੜੀ ਹੈ ਪਤਾ ਨਹੀਂ ਕਿੰਨੇ ਕੁ ਰੂਪ ਬਣਾ ਕੇ ਚਰਨਾਂ ਨੂੰ ਪਰਸਦੀ ਹੈ ਕਿ ਮੈਨੂੰ ਮੁਆਫ ਕਰ ਦਿਓ ਜਾਂ ਮੇਰੇ 'ਤੇ ਕਿਰਪਾ ਕਰ ਦਿਓ। ਜਿਸ ਮਾਇਆ ਨੇ ਸਾਰੇ ਸੰਸਾਰ ਨੂੰ ਠੱਗਿਆ ਹੋਇਆ, ਉਸ ਮਾਇਆ ਨੇ ਸਾਧੂਆਂ ਦੇ ਚਰਨਾਂ ਦੀ ਦਾਸੀ ਬੰਨਾ ਕੀਤਾ ਹੈ। ਐਸੀ ਬਖਸ਼ਿਸ਼ ਹੁੰਦੀ ਹੈ ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ। ਬਚਨ ਗੁਰੂ ਕਾ ਹਿਰਦੇ ਵਸੇ ਜੀ, ਦਿਓ ਸੱਜਣ ਆਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ। ਸਿੱਧ ਸਾਧਕ ਅਰਜਖ ਕਿੰਨਰ, ਨਰ ਰਹੀ ਕੰਠ ਉਰਝਾਏ। ਜਨ ਨਾਨਕ ਅੰਗ ਕੀਆ ਪ੍ਰਭ ਕਰਤੈ, ਜਾ ਕੈ ਕੋਟ ਐਸੀ ਦਾਸਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਬਾਹਰ